आज्ञा पई अकाल की, तब चलायो पंथ, सब सिखन को हुक्म है, गुरु मानियो ग्रंथ। सिख विरसा, सिख विरसा जान है साडी, इस ਨੂੰ ਸਾਰੇ ਪਿਆਰ ਕਰੋ। ਗੁਰੂਆਂ ਅਤੇ ਸ਼ਹੀਦਾਂ ਦਾ ਤੁਸੀਂ ਸਾਰੇ ਹੀ ਸਤਿਕਾਰ ਕਰੋ। आज्ञा पई सब तेरी वड्याई कोई नाहु ना जाने मेरा। आदि गुरु है ना मैं, जुगाद गुरु है ना मैं, ओ सतगुरु है ना मैं, श्री गुरुदेव ना मैं। FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ ਸਰਬਜੀਤ ਸਿੰਘ। ਆਓ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਐਤਵਾਰ ਦਾ ਦਿਹਾੜਾ ਹੈ 14 ਭਾਦੋਂ ਸੰਮਤ 553 ਨਾਨਕ ਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਤੇ 29 ਅਗਸਤ 2021 ਅੰਗਰੇਜ਼ੀ ਕੈਲੰਡਰ ਦੇ ਹਿਸਾਬ ਦੇ ਨਾਲ ਅੱਜ ਦਾ ਸਿੱਖ ਵਿਰਸਾ ਪ੍ਰੋਗਰਾਮ ਲੈ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ ਤੇ 11 ਵਜੇ ਅਸੀਂ ਚੱਲਾਂਗੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜਿੱਥੋਂ ਆਪ ਜੀ ਸਿੱਧਾ ਪ੍ਰਸਾਰਣ ਸਰਵਨ ਕਰੋਗੇ। ਆਓ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਚੱਲਦੇ ਹਾਂ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ। इस तन की
संतो सागर पार उतरिए, संतो सागर पार उतरिए, संतो सागर पार उतरिए, संतो सागर पार उतरिए। संतो सागर पार उतरिए, संतो सागर पार उतरिए, संतो सागर पार उतरिए, संतो सागर पार उतरिए। जीव बचन कमावे संतन का, जीव बचन कमावे संतन का, सो गुर प्रसादी तरिए, सो गुर प्रसादी तरिए, संतो सागर पार उतरिए, संतो सागर पार उतरिए, संतो सागर पार उतरिए। कर्म तरम पाखंड जो दिसै, कर्म तरम पाखंड जो दिसै, तिन जम जागाती लूटै, तिन जम जागाती लूटै, निर्वाण कीर्तन गाओ करते का, निर्वाण कीर्तन गाओ करते का, निमक सिमरत जित छूटे, निमक सिमरत जित छूटे, संतो सागर पार उतरिए, संतो सागर पार उतरिए, संतो सागर पार उतरिए, संतो सागर पार उतरिए। जीव
कोटि तीरथ मज्जन इशनाना कोटि तीरथ मज्जन इशनाना इस काल में मैल परिजय साध संग जो हर गुण गावे सो निर्मल कर लीजै कोटि तीरथ मज्जन इशनाना कोटि तीरथ मज्जन इशनाना मज्जन इशनाना कोटि तीरथ मज्जन इशनाना इस काल में मैल परिजय इस काल में मैल परिजय साध संग जो हर गुण गावे साध संग जो हर गुण गावे सो निर्मल कर लीजै सो निर्मल कर लीजै संतु सागर पार उतरिए संतो सागर पार उतरिए संतो सागर पार उतरिए संतो सागर पार संतो सागर पार उतरिए वेद किताब सुनत सब शास्त्र वेद किताब सिमरत सब शास्त्र इन पढ़िया मुक्त न होई इन पढ़िया मुक्त न होई एक अखर जो गुरमुख जापे एक अखर जो गुरमुख जापे इसकी मन सोई इसकी मेरे मन सोई संतो सागर पार उतरिए संतो सागर पार उतरिए संतो सागर पार उतरिए संतो सागर पार उतरिए
ਸਾਗਰ ਪਾਰ ਉਤਰੀਐ। ਖੱਤਰੀ ਬ੍ਰਾਹਮਣ ਸੂਦ ਵੈਸ, ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ ਚੌਂ ਵਰਨਾ ਕੋ ਸਾਂਝਾ। ਹੁਣੇ ਅਸੀਂ ਸੁਣ ਰਹੇ ਸੀ ਸਿੱਧਾ ਪ੍ਰਸਾਦ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ। ਆਓ ਚੱਲਦੇ ਹਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਨ ਕਰਦੇ ਹਾਂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ। ਅੰਮ੍ਰਿਤ ਬਚਨ ਸਾਧ ਕੀ ਬਾਣੀ, ਜੋ ਜੋ ਜਪੈ ਤਿਸ ਕੀ ਗਤ ਹੋਵੈ। ਹਰ ਹਰ ਨਾਮ ਨਿਤ ਰਸਨ ਬਖਾਨੀ, ਅੰਮ੍ਰਿਤ ਬਚਨ ਸਾਧ ਕੀ ਬਾਣੀ, ਜੋ ਜੋ ਜਪੈ ਤਿਸ ਕੀ ਗਤ ਹੋਵੈ। ਹਰ ਹਰ ਨਾਮ ਨਿਤ ਰਸਨ ਬਖਾਨੀ, ਰਹਾਉ। ਕਲੀ ਕਾਲ ਕੇ ਮਿਟੇ ਕਲੇਸ਼ਾ, ਏਕੋ ਨਾਮ ਮਨ ਮਹਿ ਪਰਵੇਸਾ। ਸਾਧੂ ਧੂਰ ਮੁਖ ਮਸਤਕ ਲਾਈ, ਨਾਨਕ ਉਦਰੇ ਹਰ ਗੁਰ ਸਰਣਾਈ। ਸਾਧੂ ਧੂਰ ਮੁਖ ਮਸਤਕ ਲਾਈ, ਨਾਨਕ ਉਦਰੇ ਹਰ ਗੁਰ ਸਰਣਾਈ। ਵਾਹਿਗੁਰੂ ਜੀ ਕਾ ਖਾਲਸਾ
ਸੂਹੀ ਮਹੱਲਾ ਪੰਜਵਾਂ। ਅੰਮ੍ਰਿਤ ਬਚਨ ਸਾਧ ਕੀ ਬਾਣੀ, ਜੋ ਜੋ ਜਪੈ ਤਿਸ ਕੀ ਗਤ ਹੋਵੈ। ਹਰ ਹਰ ਨਾਮ ਨਿਤ ਰਸਨ ਬਖਾਨੀ। ਹੁਣੇ ਅਸੀਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਨ ਕੀਤੀ ਹੈ। ਅੱਜ ਦਾ ਹੁਕਮਨਾਮਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਰਾਗ ਸੂਹੀ ਦੇ ਵਿੱਚ ਸ਼ਬਦ ਹੈ, ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 744 ਅੰਗ ਤੇ ਸੁਸ਼ੋਭਿਤ ਹੈ। ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਤਰ੍ਹਾਂ ਪ੍ਰਕਾਸ਼ਿਤ ਕੀਤੀ ਹੈ। ਸੂਹੀ ਮਹੱਲਾ ਪੰਜਵਾ। ਹੇ ਭਾਈ, ਗੁਰੂ ਦੀ ਉਚਾਰੀ ਹੋਈ ਬਾਣੀ ਆਤਮਿਕ ਜੀਵਨ ਦੇਣ ਵਾਲੇ ਬਚਨ ਹਨ। ਜਿਹੜਾ ਮਨੁੱਖ ਇਸ ਬਾਣੀ ਨੂੰ ਜਪਦਾ ਹੈ, ਉਸ ਦੀ ਉੱਚੀ ਆਤਮਿਕ ਅਵਸਥਾ ਬਣ ਜਾਂਦੀ ਹੈ। ਉਹ ਮਨੁੱਖ ਸਦਾ ਆਪਣੀ ਜੀਵ ਦੇ ਨਾਲ ਪਰਮਾਤਮਾ ਦਾ ਨਾਮ ਉਚਾਰਦਾ ਰਹਿੰਦਾ ਹੈ। ਹੇ ਭਾਈ, ਗੁਰਬਾਣੀ ਦੀ ਬਰਕਤ ਦੇ ਨਾਲ ਕਲੇਸ਼ਾਂ ਭਰੇ ਜੀਵਨ ਸਮੇਂ ਦੇ ਸਾਰੇ ਕਲੇਸ਼ ਮਿਟ ਜਾਂਦੇ ਨੇ, ਕਿਉਂਕਿ ਬਾਣੀ ਦਾ ਸਦਕਾ ਇੱਕ ਹਰੀ ਨਾਮ ਹੀ ਮਨ ਦੇ ਵਿੱਚ ਟਿਕਿਆ ਰਹਿੰਦਾ ਹੈ। ਹੇ ਨਾਨਕ, ਗੁਰੂ ਦੇ ਚਰਨਾਂ ਦੀ ਧੂੜ ਜਿਨ੍ਹਾਂ ਮਨੁੱਖਾਂ ਨੇ ਆਪਣੇ ਮੂੰਹ ਤੇ ਮੱਥੇ ਤੇ ਲਾਈ, ਉਹ ਮਨੁੱਖ ਗੁਰੂ ਦੀ ਸ਼ਰਨ ਪੈ ਕੇ, ਪ੍ਰਭੂ ਦੀ ਸ਼ਰਨ ਪੈ ਕੇ ਝਗੜਿਆਂ ਕਲੇਸ਼ਾਂ ਤੋਂ ਬਚ ਗਏ। ਇਹ ਸੀ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ। ਆਓ ਇੱਕ ਸ਼ਬਦ ਸਰਵਨ ਕਰਦੇ ਹਾਂ, ਜਿਸ ਨੂੰ ਗਾਇਨ ਕੀਤਾ ਹੈ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਨੇ। ਅੰਮ੍ਰਿਤ ਬਚਨ ਸਾਧ ਕੀ ਬਾਣੀ, 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 ਜੋ ਜੋ ਜਪੈ ਤਿਸ ਕੀ ਗਤ ਹੋਵੈ। ਹਰ ਹਰ ਨਾਮ ਨਿਤ ਰਸਨ ਵਖਾਣੀ, ਅੰਮ੍ਰਿਤ ਬਚਨ ਸਾਧ ਕੀ ਬਾਣੀ, ਅੰਮ੍ਰਿਤ ਬਚਨ ਸਾਧ ਕੀ ਬਾਣੀ, ਜੋ ਜੋ ਜਪੈ ਤਿਸ ਕੀ ਗਤ ਹੋਵੈ। ਹਰ ਹਰ ਨਾਮ ਨਿਤ ਰਸਨ ਵਖਾਣੀ, ਅੰਮ੍ਰਿਤ ਬਚਨ ਸਾਧ ਕੀ ਬਾਣੀ, ਅੰਮ੍ਰਿਤ ਬਚਨ ਸਾਧ ਕੀ ਬਾਣੀ। कली काल के मिटे कलेसा, कली काल के मिटे कलेसा, एको नाम मन में परवेसा, एको नाम मन में पर
ਅੰਮ੍ਰਿਤ ਬਚਨ ਸਾਧ ਕੀ ਬਾਣੀ। ਸਾਧੂ ਤੂਰ ਮੁਖ ਮਸਤਕ ਲਾਈ, ਸਾਧੂ ਤੂਰ ਮੁਖ ਮਸਤਕ ਲਾਈ, ਨਾਨਕ ਤੂਰੇ ਹਰ ਗੁਰ ਸ਼ਰਨਾਈ, ਨਾਨਕ ਹਰ ਗੁਰ ਸ਼ਰਨਾਈ, ਨਾਨਕ ਕੁਦਰੇ ਹਰ ਗੁਰ ਸ਼ਰਨਾਈ, ਜੋ ਜੋ ਜਪੈ ਤਿਸ ਕੀ ਰਤ ਹੋਵੈ, ਅੰਮ੍ਰਿਤ ਬਚਨ ਸਾਧ ਕੀ ਬਾਣੀ, ਅੰਮ੍ਰਿਤ ਬਚਨ ਸਾਧ ਕੀ ਬਾਣੀ, ਜੋ ਜੋ ਜਪੈ ਤਿਸ ਕੀ ਰਤ ਹੋਵੈ, ਹਰ ਹਰ ਨਾਮ ਨਿਤ ਰਸਨ ਵਖਾਣੀ, ਅੰਮ੍ਰਿਤ ਬਚਨ ਸਾਧ ਕੀ ਬਾਣੀ, ਅੰਮ੍ਰਿਤ ਬਚਨ ਸਾਧ ਕੀ ਬਾਣੀ। ਕੱਲੀ ਕਾਲ ਕੇ ਮਿਟੇ ਕਲੇਸਾ, ਕੱਲੀ ਕਾਲ ਕੇ ਮਿਟੇ ਕਲੇਸਾ, ਏਕੋ ਨਾਮ ਮਨ ਮਹਿ ਪਰਵੇਸਾ, ਏਕੋ ਨਾਮ ਮਨ ਮਹਿ ਪਰਵੇਸਾ, ਏਕੋ ਨਾਮ ਮਨ ਮੈਂ ਪਰਵੇਸਾ, ਜੋ ਜੋ ਜਪੈ ਤਿਸ ਕੀ ਰਤ ਹੋਵੈ, ਅੰਮ੍ਰਿਤ ਬਚਨ ਸਾਧ ਕੀ ਬਾਣੀ, ਅੰਮ੍ਰਿਤ ਬਚਨ ਸਾਧ ਕੀ ਬਾਣੀ, ਜੋ ਜੋ ਜਪੈ ਤਿਸ ਕੀ ਰਤ ਹੋਵੈ, ਹਰ ਹਰ ਨਾਮ ਨਿਤ ਰਸਨ ਵਖਾਣੀ, ਅੰਮ੍ਰਿਤ ਬਚਨ ਸਾਧ ਕੀ ਬਾਣੀ, ਅੰਮ੍ਰਿਤ ਬਚਨ ਸਾਧ ਕੀ ਬਾਣੀ, ਜੋ ਜੋ ਜਪੈ ਤਿਸ ਕੀ ਰਤ ਹੋਵੈ, ਹਰ ਹਰ ਨਾਮ ਨਿਤ ਰਸਨ ਵਖਾਣੀ, ਅੰਮ੍ਰਿਤ ਬਚਨ ਸਾਧ ਕੀ ਬਾਣੀ, ਅੰਮ੍ਰਿਤ ਬਚਨ ਸਾਧ ਕੀ ਬਾਣੀ, ਅੰਮ੍ਰਿਤ ਬਚਨ ਸਾਧ ਕੀ ਬਾਣੀ, ਅੰਮ੍ਰਿਤ ਬਚਨ ਸਾਧ ਕੀ ਬਾਣੀ। ਵਾਹ। ਹਾਂਜੀ, ਇਹ ਸਨ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਨ ਕੀਤਾ ਹੈ। ਆਓ ਚੱਲਦੇ ਹਾਂ ਹੁਣ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਵੱਲ, ਜਿਹੜੀ ਕਿ ਧੰਨਵਾਦ ਸਹਿਤ ਅਸੀਂ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਸੂਹੀ 5th Mail, the words, the teachings of the holy saints are ambrosial nectar. Whoever meditates on the Lord's name is emancipated. He chants the name of the Lord, Har Har, with his tongue. Pause. The pains and sufferings of the dark age of Kali Yuga
are eradicated when the one name abides within the mind. I apply the dust of the feet of the holy to my face and forehead. Nanak has been saved in the sanctuary of the Guru, the Lord. ਇਹ ਸੀ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਤੇ ਆਓ ਅਗਲਾ ਸ਼ਬਦ ਰਾਗ ਸੂਹੀ ਦੇ ਵਿੱਚ ਸੁਣਦੇ ਹਾਂ ਜਿਸ ਨੂੰ ਗਾਇਨ ਕੀਤਾ ਹੈ ਭਾਈ ਬਲਵੀਰ ਸਿੰਘ ਜੀ ਨੇ। ਰਾਗ ਸੂਹੀ ਮਹੱਲਾ ਤੀਜਾ। हों क्या सलाही किरम जंत हों क्या सलाही किरम ਜੰਤ ਵੱਡੀ ਤੇਰੀ ਵਡਿਆਈ। ਵੱਡੀ ਤੇਰੀ ਵਡਿਆਈ। ਸਲਾਹੀ ਕਿਰਮ ਜੰਤ ਕਿਆ ਸਲਾਹੀ ਕਿਰਮ ਜੰਤ। ਵੱਡੀ ਤੇਰੀ ਸਲਾਹੀ ਕਿਰਮ ਜੰਤ। ਹੋਂ ਕਿਆ ਸਲਾਹੀ ਕਿਰਮ ਜੰਤ। ਵੱਡੀ ਤੇਰੀ ਵਡਿਆਈ।
ਅਗਮ ਹੈ ਤੂੰ ਅਗਮ ਦਇਆਲ ਅਗਮ ਹੈ ਆਪ ਲੈ ਵੱਡੀ ਤੇਰੀ ਵਡਿਆਈ ਹੋ ਕਿਆ ਸਲਾਹੀ ਕਿਰਨ ਜੰਤ ਵੱਡੀ ਤੇਰੀ ਵਡਿਆਈ ਮੈਂ ਤੁਝ ਬਿਨ ਬੇਲੀ ਕੋ ਨਹੀਂ ਮੈਂ ਤੁਝ ਬਿਨ ਬੇਲੀ ਕੋ ਨਹੀਂ ਅੰਤ ਸਿਖਾਈ ਵੱਡੀ ਤੇਰੀ ਵਡਿਆਈ ਹੋ ਕਿਆ ਸਲਾਹੀ ਕਿਰਨ ਜੰਤ ਵੱਡੀ ਤੇਰੀ ਵਡਿਆਈ ਆ ਵੱਡੀ ਤੇਰੀ ਵਡਿਆਈ ਜੋ ਤੇਰੀ ਸਰਨਾਗਤੀ ਜੋ ਤੇਰੀ ਸਰਨਾਗਤੀ ਤਿੰਨ ਲੈ ਛਡਾਈ ਨਾਨਕ ਵੇ ਪਰਵਾਹ ਹੈ ਨਾਨਕ ਵੇ ਪਰਵਾਹ ਹੈ ਤਿਸ ਦਿਲ ਨਾ ਤਮਾਈ ਵੱਡੀ ਤੇਰੀ ਵਡਿਆਈ
ਨਾਨਕ ਵੇ ਪਰਵਾਹ ਹੈ ਤਿਸ ਤਿਲ ਨਾ ਤਮਾਈ ਵੱਡੀ ਤੇਰੀ ਵਡਿਆਈ ਵੱਡੀ ਤੇਰੀ ਵਡਿਆਈ ਵਡਿਆਈ ਹਾਂਜੀ, ਇਹ ਸਨ ਭਾਈ ਬਲਵੀਰ ਸਿੰਘ ਜੀ। ਵੱਡੀ ਤੇਰੀ ਵਡਿਆਈ ਰਾਗ ਸੂਹੀ ਦੇ ਵਿੱਚ ਅਸੀਂ ਇਹ ਸ਼ਬਦ ਸਰਵਨ ਕੀਤਾ ਹੈ ਤੇ ਆਪ ਜੀ ਸੁਣ ਰਹੇ ਹੋ ਕੋਹਿਨੂਰ ਰੇਡੀਓ 97.3 FM ਤੇ ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ ਸਰਬਜੀਤ ਸਿੰਘ ਤੇ ਬੜੇ ਪਿਆਰ ਦੇ ਨਾਲ ਸਤਿ ਸ੍ਰੀ ਅਕਾਲ ਸਵੀਕਾਰ ਕਰੋ ਅਗਰ ਆਪ ਜੀ ਨੇ ਹੁਣੇ ਪ੍ਰੋਗਰਾਮ ਸੁਣਨਾ ਸ਼ੁਰੂ ਕੀਤਾ ਹੈ ਤੇ ਦਿਲ ਦੀਆਂ ਗਹਿਰਾਈਆਂ ਤੋਂ ਆਪ ਜੀ ਦਾ ਸਵਾਗਤ ਹੈ। ਤੇ ਆਓ ਚੱਲਦੇ ਹਾਂ ਅਸੀਂ ਆਪਣੀਆਂ ਵਿਚਾਰਾਂ ਜਿਹੜੀਆਂ ਲੜੀਵਾਰ ਸ਼ੁਰੂ ਕੀਤੀਆਂ ਨੇ ਗੁਰੂ ਗ੍ਰੰਥ ਸਾਹਿਬ ਦਰਸ਼ਨ ਦੇ ਵਿੱਚੋਂ ਸੰਤ ਸੇਵਾ ਸਿੰਘ ਰਾਮਪੁਰ ਖੇੜਾ ਵਾਲਿਆਂ ਦੇ ਸ਼ਬਦ ਆਪ ਜੀ ਦੇ ਨਾਲ ਸਾਂਝੇ ਕਰਦੇ ਆ ਰਹੇ ਹਾਂ ਪਿਛਲੇ ਕੁਝ ਹਫ਼ਤਿਆਂ ਤੋਂ। ਆਓ ਉਹਨਾਂ ਨੂੰ ਹੀ ਅੱਗੇ ਵਧਾਉਂਦੇ ਹਾਂ ਤੇ ਭੱਟਾਂ ਦੇ ਸਵਈਏ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਨੇ ਤੇ ਭੱਟਾਂ ਬਾਰੇ ਉਹਨਾਂ ਦੀ ਜੀਵਨ ਤੇ ਉਹਨਾਂ ਦੀ ਬਾਣੀ ਬਾਰੇ ਜਿਹੜੀਆਂ ਵਿਚਾਰਾਂ ਸਾਨੂੰ ਮਿਲੀਆਂ ਨੇ ਸੰਤ ਸੇਵਾ ਸਿੰਘ ਜੀ ਰਾਮਪੁਰ ਖੇੜਾ ਵਾਲਿਆਂ ਦੀਆਂ ਲਿਖੀਆਂ ਹੋਈਆਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਆ ਰਹੇ ਹਾਂ ਤੇ ਅੱਜ ਦਾ ਜਿਹੜਾ ਇਹ ਅਗਲਾ ਲੇਖ ਹੈ ਉਹ ਹੈ ਭੱਟ ਸ੍ਰੀ ਮਥੁਰਾ ਜੀ ਬਾਰੇ। ਭੱਟ ਮਥੁਰਾ ਜੀ ਵੀ ਭੱਟ ਭਿੱਖੇ ਦੇ ਹੋਣਹਾਰ ਸਪੁੱਤਰ ਸਨ ਜੋ ਆਪਣੇ ਪਿਤਾ ਦੇ ਸੰਗ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਏ। ਭੱਟ ਭਿੱਖਾ ਜੀ ਬਹੁਤ ਹੀ ਕਰਮਾਂ ਦੇ ਸਖੀ ਸਨ ਜਿਨ੍ਹਾਂ ਨੇ ਤਿੰਨੇ ਸਪੁੱਤਰਾਂ ਭੱਟ ਕੀਰਤ ਜਾਲਪ ਤੇ ਮਥੁਰਾ ਜੀ ਨੂੰ ਦੁਨਿਆਵੀ ਕੱਚੇ ਧਨ ਨੂੰ ਪਿੱਠ ਦੇ ਕੇ ਸੱਚਾ ਧਨ ਵਿਹਾਜਣ ਦੇ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨ ਸ਼ਰਨ ਦੇ ਵਿੱਚ ਲਿਆਂਦਾ ਤੇ ਅੱਗੋਂ ਸਤਿਗੁਰੂ ਜੀ ਨੇ ਵੀ ਕੋਈ ਕਸਰ ਨਹੀਂ ਰਹਿਣ ਦਿੱਤੀ। ਖੁੱਲੇ ਦਿਲ ਦੇ ਨਾਲ ਨਾਮ ਧਨ ਦੀਆਂ ਬਖਸ਼ਿਸ਼ਾਂ ਸਾਰੇ ਪਰਿਵਾਰ ਨੂੰ ਕਰਕੇ ਆਤਮਦਰਸ਼ੀ ਬਣਾ ਦਿੱਤਾ। ਗੁਰੂ ਦੇ ਗੁਣ ਵਰਣਨ ਕਰਨੇ ਜਾਂ ਗੁਰੂ ਦੇ ਹਿਰਦੇ ਨੂੰ ਪੜ੍ਹਨਾ ਕੋਈ ਖਾਲਾ ਜੀ ਦਾ ਬਾੜਾ ਨਹੀਂ। ਇਹ ਸਾਰ ਭਾਵ ਕੇ ਲੋਹਾ ਚੱਬਣ ਵਾਲੀ ਗੱਲ ਹੈ। ਪਰ ਗੁਰੂ ਦੀ ਰਹਿਮਤ ਸਦਕਾ ਜਿੱਥੇ ਭਿੱਖਾ ਜੀ ਤੇ ਉਹਨਾਂ ਦੇ ਸਾਰੇ ਪਰਿਵਾਰ ਨੇ ਦਿਲ ਖੋਲ੍ਹ ਕੇ ਸਤਿਗੁਰੂ ਜੀ ਦੀ ਮਹਿਮਾ ਦੇ ਗੁਣ ਗਾਏ ਉੱਥੇ ਆਪ ਜੀ ਨੇ ਗੁਰੂ ਦੇ ਹਿਰਦੇ ਨੂੰ ਪੜ੍ਹ ਕੇ ਸੰਸਾਰ ਨੂੰ ਬਾਂਹ ਉਲਾਰ ਕੇ ਸੱਚੇ ਨਾਮ ਦਾ ਹੋਕਾ ਵੀ ਦਿੱਤਾ ਕਿ ਮੈਂ ਸੱਚੇ ਦਿਲ ਵਿੱਚੋਂ ਸੱਚੀ ਗੱਲ ਵਿਚਾਰ ਕੇ ਕਹਿ ਰਿਹਾ ਹਾਂ। ਹੋਰ ਕੋਈ ਵਿਚਾਰਨ ਦੀ ਗੁੰਜਾਇਸ਼ ਹੀ ਨਹੀਂ ਹੈ। ਸੱਚੀ ਵਿਚਾਰ ਕੀ ਹੈ? ਕਲਯੁਗ ਦੇ ਵਿੱਚ ਸੰਸਾਰ ਸਮੁੰਦਰ ਤੋਂ ਪਾਰ ਉਤਾਰਨ ਦੇ ਲਈ ਕੇਵਲ ਤੇ ਕੇਵਲ ਹਰੀ ਦਾ ਨਾਮ ਹੀ ਵੱਡਾ ਜਹਾਜ਼ ਹੈ। ਪਾਰ ਉਤਰਨ ਦੇ ਲਈ ਨਾਮ ਦਾ ਪੱਲਾ ਫੜੋ। ਮਥੁਰਾ ਜਨ ਜਾਨ ਕਹੀ ਜੀ ਸਾਚ ਸੋ ਔਰ ਕਛੂ ਨਾ ਵਿਚਾਰਨ ਕੋ ਹਰ ਨਾਮ ਬੋਹਿਤ ਬਢੋ ਕਲ ਮੈਂ ਭਵ ਸਾਗਰ ਪਾਰ ਉਤਾਰਨ ਕੋ। ਸਵਈਏ ਮਹੱਲੇ ਚੌਥੇ ਕੇ ਅੰਗ 1404। ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਵਡਿਆਈ ਦਰਸਾਉਂਦੇ ਹੋਏ ਆਪ ਫਰਮਾਉਂਦੇ ਨੇ ਕਿ ਉਹਨਾਂ ਮਨੁੱਖਾਂ ਦੇ ਬਹੁਤ ਵੱਡੇ ਭਾਗ ਨੇ ਜੋ ਗੁਰੂ ਦੇ ਬਖਸ਼ਿਸ਼ ਕੀਤੇ ਹੋਏ ਨਾਮ ਦੇ ਵਿੱਚ ਚਿੱਤ ਜੋੜਦੇ ਨੇ। ਉਹਨਾਂ ਗੁਰਮੁਖਾਂ ਨੂੰ ਜਿੱਥੇ ਮਨ ਬਾਸ਼ਿਤ ਫਲ ਪ੍ਰਾਪਤ ਹੁੰਦੇ ਨੇ ਉੱਥੇ ਉਹਨਾਂ ਦਾ ਧਰਮ ਰਾਜ ਤੇ ਜਮਦੂਤਾਂ ਦਾ ਡਰ ਵੀ ਖਤਮ ਹੋ ਜਾਂਦਾ ਹੈ। ਮਥੁਰਾ ਭਨ ਭਾਗ ਭਲੇ ਉਨਕੇ मन इच्छित ही फल पावत हैं रब के सुत को तिन त्रास। जहाँ रब के सुत को तिन त्रास कहाँ जो चरण गुरु चित लावत हैं। सवैये महले चौथे के अंग 1404।
ਮਥੁਰਾ ਭੱਟ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਵਿੱਤਰ ਦਰਸ਼ਨ ਕਰਕੇ ਨਿਹਾਲੋ ਨਿਹਾਲ ਹੋ ਗਏ ਤੇ ਇਹ ਸ਼ਬਦ ਕਹਿਣ ਤੋਂ ਨਾ ਰਹਿ ਸਕੇ ਕਿ ਹੇ ਸੰਸਾਰ ਦੇ ਲੋਕੋ, ਜੋ ਜੋਤ ਸਰੂਪ ਪਰਮਾਤਮਾ ਸਾਰੇ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਨਿਰਗੁਣ ਰੂਪ ਵਿੱਚ ਵਿਆਪਕ ਹੈ, ਉਹ ਜੋਤ ਸਰਗਣ ਸਰੂਪ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਰੂਪ ਰਾਹੀਂ ਦਰਸ਼ਨ ਦੇ ਰਹੀ ਹੈ। ਇਸ ਦੇ ਵਿੱਚ ਭੋਰਾ ਜਿੰਨਾ ਵੀ ਫਰਕ ਨਹੀਂ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਤੱਖ ਹਰੀ ਦੇ ਰੂਪ ਹਨ। ਤਰਨ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹਿਓ ਭਰ, ਭੰਨ ਮਥੁਰਾ ਕਿਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਸਵਈਏ ਮਹੱਲੇ ਪੰਜਵੇਂ ਕੇ ਅੰਗ 1409। ਮਥੁਰਾ ਜੀ ਆਪਣੀ ਹੱਡਬੀਤੀ ਦਰਸਾ ਰਹੇ ਨੇ ਕਿ ਜਿੰਨਾ ਚਿਰ ਮੇਰੇ ਮੱਥੇ ਦੇ ਚੰਗੇ ਭਾਗ ਨਹੀਂ ਸਨ ਜਾਗੇ, ਉਨਾ ਚਿਰ ਤੱਕ ਮੈਂ ਭਟਕਦਾ ਹੀ ਰਿਹਾ ਕਲਯੁਗ ਦੇ ਅਤ ਭਿਆਨਕ ਸਮੁੰਦਰ ਦੇ ਵਿੱਚ। ਮਾਨੋ ਗੋਤੇ ਖਾ ਰਿਹਾ ਸਾਂ। ਜੇ ਚੰਗੇ ਭਾਗਾਂ ਦੇ ਨਾਲ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਮਿਲਾਪ ਨਾ ਹੁੰਦਾ ਤਾਂ ਸਾਰੀ ਉਮਰ ਪਛਤਾਵਾ ਹੀ ਰਹਿਣਾ ਸੀ। ਇਹ ਪਛਤਾਵਾ ਭੁਲਾਇਆ ਵੀ ਨਹੀਂ ਸੀ ਭੁੱਲਣਾ, ਕਿਉਂਕਿ ਪ੍ਰਭੂ ਦੇ ਦਰ ਤੇ ਉਸ ਦੇ ਨਾਮ ਦੀ ਦੱਸ ਪਾਉਣ ਵਾਲਾ ਕੋਈ ਪਰਮ ਵਿਅਕਤੀ ਸੰਸਾਰ ਵਿੱਚ ਦਿਸ ਹੀ ਨਹੀਂ ਰਿਹਾ। ਸਾਰੀ ਲੋਕਾਈ ਭੱਬਲ ਭੂਸੇ ਦੇ ਵਿੱਚ ਪਈ ਹੋਈ ਹੈ। ਅਖੀਰ ਦੇ ਵਿੱਚ ਮਥੁਰਾ ਭੱਟ ਜੀ ਆਖਦੇ ਨੇ ਕਿ ਸਾਰੀ ਵਿਚਾਰ ਦਾ ਤੱਤ ਨਿਚੋੜ ਇਹ ਹੀ ਹੈ ਕਿ ਪਰਮਾਤਮਾ ਨੇ ਜਗਤ ਦੇ ਉਧਾਰ ਵਾਸਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗੁਰੂ ਅਵਤਾਰ ਬਣਾ ਕੇ ਸੰਸਾਰ ਵਿੱਚ ਭੇਜਿਆ ਹੈ। ਜਿਨ੍ਹਾਂ ਨੇ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਜਪਿਆ, ਉਹਨਾਂ ਨੂੰ ਮੁੜ ਗਰਭ ਜੂਨ ਦੇ ਵਿੱਚ ਨਹੀਂ ਪੈਣਾ ਪਿਆ। ਆਪ ਜੀ ਨੇ ਇਸ ਤਰ੍ਹਾਂ ਫਰਮਾਇਆ, ਜਬ ਲੋ ਨਹੀਂ ਭਾਗ ਲਿਲਾਰ ਉਦੈ, ਤਬ ਲੋ ਭ੍ਰਮ ਤੇ ਫਿਰਤੇ ਬਹੁ ਧਾਇਓ। ਕਲ ਘੋਰ ਸਮੁੰਦਰ में बूढ़त थे कबहू, मिट हैं नहीं रे पछतायो। तत् विचार जह मथुरा जग, तारन को अवतार बनायो। जप्यो जिन अर्जन देव गुरु, फिर संकट जोन गर्भ ना आयो। सवैये महले पंजवें के अंग 1409। ਆਪ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਤੱਖ ਰੂਪ ਦਰਸਾਉਂਦੇ ਹੋਏ ਫਰਮਾਉਂਦੇ ਨੇ ਕਿ ਜੋਤੀ ਸਰੂਪ ਪ੍ਰਭੂ ਜੀ ਨੇ ਹੀ ਆਪਣੇ ਆਪ ਨੂੰ ਸਰਗੁਣ ਸਰੂਪ ਦੇ ਵਿੱਚ ਗੁਰੂ ਨਾਨਕ ਕਹਾਇਆ। ਉਹਨਾਂ ਤੋਂ ਬਾਅਦ ਉਹਨਾਂ ਦਾ ਪੂਰਨ ਰੂਪ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਪ੍ਰਗਟ ਹੋਏ। ਫਿਰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕਿਰਪਾ ਕਰਕੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੁਰਤਾ ਗੱਦੀ ਤੇ ਸਥਾਪਿਤ ਕੀਤਾ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਿਆਈ ਦਾ ਅੰਮ੍ਰਿਤ ਛਤਰ ਗੁਰੂ ਰਾਮਦਾਸ ਜੀ ਨੂੰ ਬਖਸ਼ਿਆ ਅਤੇ ਗੁਰੂ ਰਾਮਦਾਸ ਜੀ ਦੇ ਦਰਸ਼ਨ ਪਰਸ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਪੂਰਨ ਗੁਰੂ ਪ੍ਰਗਟ ਹੋਏ। ਇਸ ਲਈ ਸਾਰੇ ਆਪਣੀਆਂ ਅੱਖਾਂ ਨੂੰ ਪਵਿੱਤਰ ਕਰਨ ਦੇ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨ ਕਰੋ। ਮਥੁਰਾ ਜੀ ਦਾ ਬਹੁਤ ਹੀ ਭਾਵਪੂਰਤ ਤੇ ਪਿਆਰਾ ਸਵਈਆ ਜੋ ਉਹਨਾਂ ਨੇ ਪ੍ਰਤੱਖ ਹਰੀ ਦੀ ਉਸਤਤ ਵਿੱਚ ਉਚਾਰਿਆ ਹੈ, ਪਿਆਰ ਭਾਵਨੀ ਦੇ ਨਾਲ ਪੜ੍ਹੀਏ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨ ਝਲਕਾਰੇ ਤੇ ਬਾਣੀ ਦੇ ਵਿੱਚੋਂ ਜ਼ਰੂਰ ਪ੍ਰਾਪਤ ਹੋਣਗੇ। ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅਮਰਤ ਛਤਰ ਗੁਰ ਰਾਮਹਿ ਦੀਓ। ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ, ਅੰਮ੍ਰਿਤ ਬੈਣ ਮੂਰਤ ਪੰਚ ਪਰਮਾਨ, ਪੁਰਖ ਗੁਰ ਅਰਜਨ ਪਿਖੋ ਨੈਣ। ਸਵਈਏ ਮਹੱਲੇ ਪੰਜਵੇਂ ਕੇ ਅੰਗ 1408। ਤੇ ਇਸੇ ਤਰ੍ਹਾਂ ਪਰ ਤਸ਼ ਹਿਰਦੈ ਗੁਰ ਅਰਜਨ ਕੈ, ਹਰ ਪੂਰਨ ਬ੍ਰਹਮ ਨਿਵਾਸ ਲਿਓ ਕਹਿ ਕੇ ਮਥੁਰਾ ਜੀ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਆਪਣੇ ਦਿਲੀ ਸ਼ਰਧਾ ਭੇਟ ਕਰਕੇ ਸਤਿਕਾਰਿਆ ਹੈ। ਲੋੜ ਹੈ ਭੱਟ ਮਥੁਰਾ ਜੀ ਦੇ ਨਿੱਜੀ ਤਜਰਬੇ ਤੋਂ ਲਾਭ ਪ੍ਰਾਪਤ ਕਰਕੇ ਗੁਰ ਗੋਬਿੰਦ ਗੋਬਿੰਦ ਗੁਰੂ ਹੈ
ਨਾਨਕ ਭੇਦ ਨਾ ਭਾਈ ਦੀ ਸ਼ਰਧਾ ਭਾਵਨਾ ਦੀ ਅੱਖ ਦੇ ਨਾਲ ਗੁਰੂ ਜੋਤੀ ਦੇ ਦਰਸ਼ਨ ਕਰੀਏ ਤੇ ਪ੍ਰਤੱਖ ਹਰੀ ਦੇ ਬਚਨ ਜੋ ਉਹਨਾਂ ਨੇ ਸਾਡੇ ਭਲੇ ਲਈ ਉਚਾਰਨ ਕੀਤੇ ਨੇ, ਉਹਨਾਂ ਬਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਉਣ ਦਾ ਪੂਰਾ ਯਤਨ ਕਰੀਏ। ਫਿਰ ਸਾਡਾ ਵੀ ਲੋਕ ਵੀ ਸੁਖੀ ਤੇ ਪਰਲੋਕ ਵੀ ਸਹੇਲਾ ਹੋ ਜਾਵੇਗਾ। ਤੇ ਆਓ ਚੱਲਦੇ ਹਾਂ ਭਾਈ ਨਿਰੰਜਨ ਸਿੰਘ ਜੀ ਜਵਾਦੀ ਕਲਾ ਵਾਲਿਆਂ ਦੀ ਆਵਾਜ਼ ਦੇ ਵਿੱਚ ਇਹ ਸ਼ਬਦ ਸਰਵਣ ਕਰਦੇ ਹਾਂ। ਜਪਿਓ ਜਿਨ ਅਰਜਨ ਦੇਵ ਗੁਰੂ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨ ਆਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨ ਆਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨ ਆਇਓ। 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 ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨ ਆਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨ ਆਇਓ। जब लो नहीं भाग ले लारे उदय, तब लो भ्रमते फिरते बहुत आयो। जब लो नहीं भाग ले लारे उदय, तब लो भ्रमते फिरते बहुत आयो। तब लो भ्रमते फिरते बहुत आयो। तब लो भ्रमते फिरते बहुत आयो। जपयो जिन अर्जन देव गुरु, फिर संकट जोन गर्भ न आयो। जपयो जिन अर्जन देव गुरु, फिर संकट जोन गर्भ न आयो। कल घोर समुद्र में बूढ़त थे, कब हूँ मिट है नहीं रे पछतायो। कल घोर समुद्र में बूढ़त थे, कब हूँ मिट है नहीं रे पछतायो। कब हूँ मिट है नहीं रे पछतायो। कब हूँ मिट है नहीं रे पछतायो। जपयो जिन अर्जन देव गुरु, फिर संकट जोन गर्भ न आयो। जपयो जिन अर्जन देव गुरु, फिर संकट जोन गर्भ न आयो। फिर संकट जोन गर्भ न आयो। फिर संकट जोन गर्भ न आयो। फिर संकट जोन गर्भ न
संकट जो गर्भ न आयो जपियो जिन अर्जन देव गुरु फिर संकट जोन गर्भ न आयो जपियो जिन अर्जन देव गुरु फिर संकट जोन गर्भ न आयो। तत विचार यह मथुरा जग तारन को अवतार बनायो तत विचार यह मथुरा यह मथुरा मथुरा जग तारण को अवतार बनायो 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 तत विचार यह मथुरा जग तारण को अवतार बनायो तत विचार यह मथुरा जग तारण को अवतार बनायो जग तारण को अवतार बनायो जग तारण को अवतार बनायो जपियो जिन अर्जन देव गुरु फिर संकट जोन गर्भ न आयो जपियो जिन अर्जन देव गुरु फिर संकट जोन गर्भ न आयो 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 जपियो जिन अर्जन देव गुरु फिर संकट जोन गर्भ न आयो जपियो जिन अर्जन देव गुरु फिर संकट जोन गर्भ न आयो जपियो जिन अर्जन देव गुरु फिर संकट जोन गर्भ न आयो। ਹਾਂਜੀ ਇਹ ਸਨ ਭਾਈ ਨਿਰੰਜਨ ਸਿੰਘ ਜੀ ਜਵਾਦੀ ਕਲਾਂ ਵਾਲੇ ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ। ਤੇ ਇਸ ਸ਼ਬਦ ਤੋਂ ਪਹਿਲਾਂ ਅਸੀਂ ਭੱਟ ਮਥੁਰਾ ਜੀ ਦੇ ਬਾਰੇ ਦੀ ਬਾਣੀ ਦੇ ਬਾਰੇ ਕੁਝ ਕੁ ਜਿਹੜੀਆਂ ਗੱਲਾਂ ਨੇ ਉਹ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਸਨ। ਆਓ ਇਸ ਵਿਚਾਰ ਨੂੰ ਅੱਗੇ ਵਧਾਉਂਦੇ ਹਾਂ। ਅਗਲੇ ਨੇ ਭੱਟ ਜਾਲਪ ਜੀ। ਸੰਸਾਰ ਦੇ ਧਰਮਾਂ ਨਾਲੋਂ ਗੁਰਮਤਿ ਦੀ ਵਿਲੱਖਣਤਾ ਹੈ ਕਿ ਵੰਡ ਛਕਣਾ, ਜੋ ਪਰਮੇਸ਼ਰ ਨੇ ਸਾਨੂੰ ਆਰਥਿਕ ਪਰਮਾਰਥਿਕ ਪਦਾਰਥਾਂ ਦੀ ਬਖਸ਼ਿਸ਼ ਕੀਤੀ ਹੈ, ਉਸ ਦੀ ਪ੍ਰਭੂ ਜਾਤ ਲੋਕਾਈ ਦੇ ਨਾਲ ਵੀ ਭਾਈਵਾਲੀ ਕਰਨੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ 12 ਮਾਹਾਂ ਦੇ ਵਿੱਚ ਹੁਕਮ ਹੈ, ਹੇ ਜਗਿਆਸੂ,
ਸਤ ਸੰਗਤ ਦੇ ਵਿੱਚ ਜਾ ਕੇ ਹਰੀ ਦਾ ਨਾਮ ਧਿਆਏ, ਹਰੀ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰਦਾਨ ਦੀ ਕਾਰ ਕਰ। ਫਿਰ ਸਭਨਾ ਨੂੰ ਕਰਦਾਨ ਦਾ ਫਲ ਕੀ ਮਿਲਦਾ ਹੈ? ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ, ਕਾਮ ਕ੍ਰੋਧ ਨਾ ਮੋਹੀਐ, ਬਿਨਸੈ ਲੋਭ ਸੁਆਨ। ਮਾਝ ਮਹੱਲਾ ਪੰਜਵਾਂ, ਅੰਗ 135। ਇਹ ਦਾਤ ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ। ਭਜਨ ਪਾਠ ਤੇ ਸਮਾਧੀਆਂ ਲਾਉਣ ਦਾ ਕਾਰਜ ਤਾਂ ਜੋਗੀ ਤੇ ਸਿੱਧ ਲੋਕ ਵੀ ਕਰਦੇ ਸਨ, ਪਰ ਉਹ ਸੰਸਾਰ ਨਾਲੋਂ ਨਾਤਾ ਤੋੜ ਕੇ ਕੇਵਲ ਆਪਣੇ ਨਿੱਜੀ ਜੀਵਨ ਦੇ ਤੱਕ ਸੀਮਤ ਹੋ ਗਏ ਸਨ। ਲੋਕ ਭਲਾਈ ਜਾਂ ਆਤਮਕ ਸਾਂਝ ਲੁਕਾਈ ਦੇ ਨਾਲ ਨਹੀਂ ਸੀ ਪਾਉਂਦੇ। ਇਸ ਕਰਕੇ ਸੰਸਾਰ ਦੀ ਹਾਲਤ ਬਹੁਤ ਨਿਘਾਰ ਦੇ ਵਿੱਚ ਚਲੀ ਗਈ ਸੀ। ਤਦ ਹੀ ਉਸ ਸਮੇਂ ਦਾ ਵਰਤਾਰਾ ਜਿਹੜਾ ਹੈ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਇਸ ਤਰ੍ਹਾਂ ਕੀਤਾ ਹੈ। ਸਿੱਧ ਛਪ ਬੈਠੇ ਪਰਵਤੀ, ਕੌਣ ਜਗਤਰ ਕੋ ਪਾਰ ਉਤਾਰਾ, ਜੋਗੀ ਗਿਆਨ ਬਿਹੂਣਿਆ, ਨਿਸ ਦਿਨ ਅੰਗ ਲਗਾਇਨ ਇਸ਼ਾਰਾ, ਬਾਜ ਗੁਰੂ ਡੁੱਬਾ ਜਗ ਸਾਰਾ। ਵਾਰ ਪਹਿਲੀ, ਪੌੜੀ 29ਵੀਂ। ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਗੁਰਸਿੱਖਾਂ ਨੂੰ ਬਖਸ਼ਿਸ਼ਾਂ ਕੀਤੀਆਂ ਕਿ ਉਹਨਾਂ ਨੂੰ ਸਰੀਰਕ ਕਿਰਤ ਜਾਂ ਆਤਮਕ ਕਮਾਈ ਦੁਆਰਾ ਪ੍ਰਾਪਤ ਜੋ ਹੁੰਦਾ ਹੈ, ਉਸ ਦੀ ਪ੍ਰਾਪਤੀ ਦੇ ਵਿੱਚੋਂ ਲੁਕਾਈ ਦੇ ਨਾਲ ਵੀ ਭਾਈਵਾਲ ਬਣੋ। ਇਸੇ ਆਸ਼ੇ ਦੀ ਕਮਾਈ ਕਰਨ ਵਾਸਤੇ ਭੱਟ ਭਿੱਖਾ ਜੀ ਨੇ ਆਪਣੇ ਪੁੱਤਰਾਂ ਨੂੰ ਗੁਰੂ ਸ਼ਰਨ ਦੇ ਵਿੱਚ ਲਿਆਂਦਾ, ਤਾਂ ਜੋ ਉਹ ਵੀ ਗੁਰੂ ਸਿੱਖਿਆ ਦੇ ਧਾਰਨੀ ਬਣ ਕੇ ਆਪਣੇ ਜੀਵਨ ਨੂੰ ਉਚੇਰਾ ਲੈ ਜਾ ਸਕਣ। ਭਿੱਖਾ ਜੀ ਦੀ ਇਸ ਕਰਨੀ ਦਾ ਫਲ ਅੱਜ ਸਾਰਾ ਸੰਸਾਰ ਵਰਤ ਰਿਹਾ ਹੈ, ਕਿਉਂਕਿ ਜੇ ਭੱਟ ਜਾਲਪ ਜੀ ਆਪਣੇ ਪਿਤਾ ਜੀ ਦੀ ਪ੍ਰੇਰਨਾ ਦੇ ਨਾਲ ਗੁਰੂ ਸ਼ਰਨ ਵਿੱਚ ਨਾ ਜਾਂਦੇ ਤਾਂ ਅੱਜ ਉਹਨਾਂ ਦਾ ਸਤਿਗੁਰੂ ਜੀ ਪਰਥਾਏ ਅਨੁਭਵ ਸਾਡੇ ਤੱਕ ਨਾ ਪਹੁੰਚਦਾ। ਜਾਲਪ ਜੀ ਨੂੰ ਗੁਰੂ ਸ਼ਰਨ ਗ੍ਰਹਿਣ ਕਰਨ ਦਾ ਜੋ ਤਜਰਬਾ ਪ੍ਰਾਪਤ ਹੋਇਆ, ਜੋ ਉਹਨਾਂ ਨੇ ਗੁਰੂ ਅਮਰਦਾਸ ਜੀ ਮਹਾਰਾਜ ਦੇ ਜੀਵਨ ਪ੍ਰਤੀ ਆਪਣੀ ਆਤਮਾ ਦੁਆਰਾ ਮਹਿਸੂਸ ਕੀਤਾ ਕਿ ਕਿਵੇਂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਇੱਕ ਨੂੰ ਹੀ ਪੜ੍ਹਿਆ ਤੇ ਇੱਕ ਨੂੰ ਹੀ ਹਿਰਦੇ ਦੇ ਵਿੱਚ ਟਿਕਾਇਆ, ਇੱਕ ਦਾ ਹੀ ਜਾਪ ਕੀਤਾ, ਇੱਕ ਦਾ ਹੀ ਪ੍ਰਚਾਰ ਕੀਤਾ, ਇੱਕ ਨੂੰ ਹੀ ਪਛਾਣਿਆ, ਦਵੈਤ ਨੂੰ ਨੇੜੇ ਨਹੀਂ ਫੜਕਣ ਦਿੱਤਾ। ਅੱਖਾਂ ਦੇ ਨਾਲ ਵੀ ਸਾਰਿਆਂ ਦੇ ਵਿੱਚ ਇੱਕ ਦੀ ਹੀ ਜੋਤ ਨੂੰ ਵੇਖਿਆ, ਬਚਨਾਂ ਦੇ ਨਾਲ ਵੀ ਇੱਕ ਦਾ ਹੀ ਜਸ ਉਚਾਰਨ ਕੀਤਾ। ਇਸ ਲੋਕ ਤੇ ਪਰਲੋਕ ਦਾ ਮਾਲਕ ਵੀ ਉਸ ਇੱਕ ਨੂੰ ਹੀ ਜਾਣਿਆ, ਇੱਥੋਂ ਤੱਕ ਕਿ ਸੁਪਨੇ ਦੇ ਵਿੱਚ ਵੀ ਇੱਕ ਨੂੰ ਤੇ ਪ੍ਰਗਟ ਤੌਰ ਤੇ ਵੀ ਇੱਕ ਨੂੰ ਹੀ ਮਨ ਦੇ ਵਿੱਚ ਦ੍ਰਿੜ ਕਰਕੇ ਉਸ ਇੱਕ ਦੇ ਵਿੱਚ ਆਪਣੀ ਬਿਰਤੀ ਨੂੰ ਲੀਨ ਰੱਖਿਆ। ਹੇ ਗੁਰੂ ਅਮਰਦਾਸ ਜੀ, ਤੁਸੀਂ 5 ਤੱਤਾਂ ਦੇ ਵਿੱਚ ਤੇ 30 ਦਿਨਾਂ ਭਾਵ ਕਿ ਸਾਰੇ ਸਮਿਆਂ ਦੇ ਵਿੱਚ ਇੱਕ ਸਰਵ ਵਿਆਪਕ ਨੂੰ ਹੀ ਵੇਖਿਆ ਹੈ, ਇੱਕ ਪਰਮਾਤਮਾ ਜੋ ਲੱਖਾਂ ਜੀਵਾਂ ਤੋਂ ਵੀ ਲਖਿਆ ਨਹੀਂ ਜਾ ਸਕਦਾ। ਤੁਸੀਂ ਉਸ ਇੱਕ ਨੂੰ ਇੱਕ ਕਰਕੇ ਹੀ ਵਰਨਿਆ ਹੈ। ਹੇ ਗੁਰੂ ਅਮਰਦਾਸ ਜੀ, ਮੇਰੀ ਅਨੁਭਵੀ ਬਿਰਤੀ ਦੁਆਰਾ ਤੁਸੀਂ ਇੱਕ ਤੋਂ ਬਿਨਾਂ ਹੋਰ ਵੇਖਦੇ ਹੀ ਨਹੀਂ ਹੋ। ਤੁਸੀਂ ਇੱਕ ਨੂੰ ਹੀ ਮੰਨਦੇ ਹੋ ਤੇ ਇੱਕ ਨੂੰ ਹੀ ਚਾਹੁੰਦੇ ਹੋ। ਮੈਂ ਪੜ੍ਹਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਨੈਣ ਬੈਣ ਮੋਹਿ ਇੱਕ, ਇੱਕ ਦੋਹਾਂ ਠਾਏ ਨਾ ਜਾਣਿਓ। ਸੁਪਨ ਇੱਕ, ਪ੍ਰਤੱਖ ਇੱਕ, ਇੱਕ ਸਮਹਿ ਲੀਣਿਓ, 30 ਇੱਕ, ਅਰ 5 ਸਿੱਧ 35 ਨਾ ਖੀਣੋ। ਇੱਕੋ ਜੇ ਲਾਖ, ਲਖਿਓ ਅਲਖ ਹੈ, ਇੱਕ ਇੱਕ ਕਰ ਵਰਨਿਓ। ਗੁਰ ਅਮਰਦਾਸ ਜਾਲਪ ਭਣੇ, ਤੂੰ ਇੱਕ ਲੋੜ ਹੈ ਇੱਕ ਮੰਨਿਓ। ਸਵਈਏ ਮਹੱਲੇ ਤੀਜੇ ਕੇ, ਅੰਗ 1394। ਕੈਸੀ ਗੁਰੂ ਅਮਰਦਾਸ ਜੀ ਦੇ ਜੀਵਨ ਦੀ ਅਦਭੁਤ ਝਲਕ ਜਾਲਪ ਜੀ ਨੇ ਦਰਸਾਈ ਹੈ। ਸਤਿਗੁਰੂ ਜੀ ਰਹਿਮਤ ਕਰਨ ਅਸੀਂ ਵੀ ਇੱਕੋ ਦਿਸੈ ਸੱਜਣੋ, ਇੱਕੋ ਭਾਈ ਮੀਤ, ਇੱਕ ਸੈ ਦੀ ਸਾਮਗਰੀ, ਇੱਕ ਸੈ ਦੀ ਸਾਮਗਰੀ, ਇੱਕ ਸੈ ਦੀ ਹੈ ਰੀਤ, ਇੱਕ ਸਿਉ ਮਨ ਮਾਨਿਆ ਤਾਂ ਹੋਆ ਨਿਹਚਲ ਚੀਤ।
ਸੱਚ ਖਾਣਾ ਸੱਚ ਪਹਿਨਣਾ, ਟੇਕ ਨਾਨਕ ਸੱਚ ਕੀਤ। ਸ੍ਰੀ ਰਾਗ ਮਹੱਲਾ ਪੰਜਵਾ। ਅੰਗ 44 ਦੇ ਧਾਰਨੀ ਬਣ ਜਾਈਏ ਤੇ ਇੱਕ ਦੇ ਵਿੱਚ ਨਿਵਾਸ ਮਿਲ ਸਕੇ। ਜਿੱਥੇ ਭੱਟ ਜਾਲਪ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੀ ਅੰਦਰਲੀ ਬਾਹਰਲੀ ਅਵਸਥਾ ਸਾਡੇ ਅੱਗੇ ਨਿਰੂਪਣ ਕਰਕੇ ਗੁਰੂ ਜੋਤੀ ਦੀ ਲਖਿਅਤਾ ਕਰਾਉਣ ਦਾ ਸਾਰਥਕ ਯਤਨ ਕੀਤਾ ਹੈ, ਉੱਥੇ ਪੰਜਵੇਂ ਸਵਈਏ ਦੇ ਵਿੱਚ ਸਾਨੂੰ ਪ੍ਰੇਰਨਾ ਦੇ ਕੇ ਆਪਣੇ ਜੀਵਨ ਦੇ ਪਾਪ ਕਰਮਾਂ ਨੂੰ ਨਾਸ਼ ਕਰਨ ਅਤੇ ਪ੍ਰਭੂ ਦੇ ਵਿੱਚ ਅਭੇਦਤਾ ਪ੍ਰਾਪਤ ਕਰਨ ਦਾ ਮਾਰਗ ਦਰਸਾਇਆ ਹੈ। ਇਹ ਸੰਸਾਰ ਦੇ ਲੋਕੋ, ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨਾਂ ਨੂੰ ਪਰਸਨ ਦੇ ਨਾਲ ਧਰਤੀ ਉੱਤੇ ਕੀਤੇ ਹੋਏ ਸਾਰੇ ਪਾਪ ਕਰਮ ਨਾਸ਼ ਹੋ ਜਾਂਦੇ ਨੇ। ਗੁਰੂ ਅਮਰਦਾਸ ਜੀ ਦੇ ਚਰਨਾਂ ਨੂੰ ਪਰਸਣਾ ਚਾਹੀਦਾ ਹੈ, ਕਿਉਂਕਿ ਆਪ ਜੀ ਦੇ ਚਰਨਾਂ ਨੂੰ ਪਰਸਣ ਵਾਸਤੇ ਤਾਂ ਸਿੱਧ ਤੇ ਸਾਧਕ ਵੀ ਤਰਸਦੇ ਨੇ। ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨਾਂ ਨੂੰ ਪਰਸਣ ਦੇ ਨਾਲ ਇੱਕ ਅਕਾਲ ਪੁਰਖ ਦੇ ਵਿੱਚ ਧਿਆਨ ਜੁੜ ਜਾਂਦਾ ਹੈ। ਸਤਿਗੁਰੂ ਅਮਰਦਾਸ ਜੀ ਦੇ ਚਰਨ ਪਰਸਣ ਦੇ ਨਾਲ ਆਵਾਗਮਨ ਦਾ ਚੱਕਰ ਵੀ ਖਤਮ ਹੋ ਜਾਂਦਾ ਹੈ। ਗੁਰੂ ਅਮਰਦਾਸ ਜੀ ਦੇ ਚਰਨ ਪਰਸਣ ਦੇ ਨਾਲ ਨਿਰਭਉ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਸਾਰਿਆਂ ਦੀ ਮੁਹਤਾਜੀ ਖਤਮ ਹੋ ਜਾਂਦੀ ਹੈ। ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨ ਪਰਸਣ ਦੇ ਨਾਲ ਦਵੈਤ ਵਾਲੀ ਦ੍ਰਿਸ਼ਟੀ ਖਤਮ ਹੋ ਜਾਂਦੀ ਹੈ ਤੇ ਸਾਰਿਆਂ ਵਿੱਚ ਇੱਕ ਪ੍ਰਭੂ ਨੂੰ ਹੀ ਰਮਿਆ ਹੋਇਆ ਦ੍ਰਿਸ਼ਟੀ ਦੇ ਵਿੱਚ ਆਉਣ ਲੱਗ ਜਾਂਦਾ ਹੈ। ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਤੇ ਉਹਨਾਂ ਦੇ ਉਪਦੇਸ਼ ਦੀ ਕਮਾਈ ਕਰਨ ਦੇ ਨਾਲ ਇੰਨੇ ਪਦਾਰਥ ਪ੍ਰਾਪਤ ਹੋ ਜਾਂਦੇ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਆਪ ਜੀ ਫਰਮਾਉਂਦੇ ਨੇ, ਗੁਰ ਅਮਰਦਾਸ ਪਰਸਿਐ ਪਹੁਮ ਪਾਤਿਕ ਵਿਨਾਸਹਿ। ਗੁਰ ਅਮਰਦਾਸ ਪਰਸਿਐ ਸਿੱਧ ਸਾਧਕ ਆਸਾਸਹਿ। ਗੁਰ ਅਮਰਦਾਸ ਪਰਸਿਐ ਧਿਆਨ ਲਹੀਐ ਪਉ ਮੁਕਹਿ। ਗੁਰ ਅਮਰਦਾਸ ਪਰਸਿਐ ਅਪਉ ਲਭੈ ਗਉ ਚੁਕਹਿ। ਇੱਕ ਬਿਨ ਦੁਗਣ ਜੋ ਤਉ ਰਹੈ, ਜਾ ਸੁਮਿਤਰ ਮਾਨਵੈ ਲਹੈ। ਜਾਲ ਪਾ ਪਦਾਰਥ ਇਤੜੇ, ਗੁਰ ਅਮਰਦਾਸ ਡਿਠੈ ਮਿਲਹਿ। ਸਵਈਏ ਮਹੱਲੇ ਤੀਜੇ ਕੇ ਅੰਗ 1394। ਆਪਾਂ ਨੂੰ ਪਾਪ ਕਰਮਾਂ ਦੀ ਨਿਵਰਤੀ ਦੇ ਲਈ, ਪ੍ਰਭੂ ਦੇ ਵਿੱਚ ਧਿਆਨ ਜੋੜਨ ਲਈ, ਆਵਾਗਮਨ ਦੇ ਗੇੜ ਤੋਂ ਛੁਟਕਾਰੇ ਲਈ, ਬੇਮੁਹਤਾਜ ਬਣ ਤੇ ਦਵੈਤ ਦੇ ਖਾਤਮੇ ਲਈ ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨਾਂ ਨੂੰ ਪਰਸਣਾ ਚਾਹੀਦਾ ਹੈ ਅਤੇ ਉਹਨਾਂ ਦੇ ਉਪਦੇਸ਼ਾਂ ਦੀ ਕਮਾਈ ਕਰਨੀ ਚਾਹੀਦੀ ਹੈ। ਸ੍ਰੀ ਗੁਰੂ ਅਮਰਦਾਸ ਜੀ ਦਾ ਨਿਵਾਸ ਤੇ ਉਪਦੇਸ਼ ਹੁਣ ਕਿੱਥੋਂ ਪ੍ਰਾਪਤ ਹੋ ਸਕਦਾ ਹੈ? ਸ਼ਬਦ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚੋਂ। ਜੇ ਆਪਾਂ ਸਾਰੇ ਭੈ ਭਾਵਨੀ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਨਿਵੀਏ ਅਤੇ ਗੁਰੂ ਪ੍ਰਸੰਨਤਾ ਪ੍ਰਾਪਤ ਕਰਨ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਉਪਦੇਸ਼ ਦੀ ਦ੍ਰਿੜਤਾ ਭਾਵਨੀ ਦੇ ਨਾਲ ਕਮਾਈ ਕਰੀਏ, ਫਿਰ ਸਾਡਾ ਇਸ ਸੰਸਾਰ ਵਿੱਚ ਆਉਣਾ ਸਫਲਾ ਹੋ ਜਾਵੇਗਾ। ਜੇ ਗੁਰੂ ਸ਼ਰਨ ਨਾ ਪ੍ਰਾਪਤ ਕਰਾਂਗੇ ਤਾਂ ਗੁਰੂ ਬਚਨਾਂ ਨੂੰ ਹਿਰਦੇ ਵਿੱਚ ਨਾ ਵਸਾਵਾਂਗੇ, ਫਿਰ ਤਾਂ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਫਰਮਾਨ ਅਨੁਸਾਰ ਪਸ਼ੂ ਢੋਰਾਂ ਵਾਲੀ ਜ਼ਿੰਦਗੀ ਬਤੀਤ ਹੋਵੇਗੀ। ਮਨੁੱਖਾ ਜੀਵਨ ਦਾ ਕਾਰਜ ਵੀ ਨਹੀਂ ਸਵਰੇਗਾ। ਆਪ ਜੀ ਗੌੜੀ ਰਾਗ ਦੇ ਵਿੱਚ ਫਰਮਾਉਂਦੇ ਨੇ, ਆਵਨ ਆਏ ਸ੍ਰਿਸ਼ਟ ਮਹਿ ਬਿਨ ਬੂਝੇ ਪਸ ਢੋਰ। ਗੌੜੀ ਮਹੱਲਾ ਪੰਜਵਾ ਅੰਗ 251। ਤੇ ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਣ ਕਰਦੇ ਹਾਂ।
जपमाल जगन्नाथ जगदीशरो जपमाल जगन्नाथ जगदीशरो जग जीवनो मन मोहन स्यो प्रीत लगे
ਹਾਂਜੀ, ਇਹ ਸਨ ਬੀਬੀ ਗੁਰਪ੍ਰੀਤ ਕੌਰ, ਬੀਬੀ ਕੀਰਤ ਕੌਰ, ਬੀਬੀ ਜਪਜੀਤ ਕੌਰ ਤੇ ਬੀਬੀ ਜਸਲੀਨ ਕੌਰ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਰਾਗ ਸਾਰੰਗ ਦੇ ਵਿੱਚ ਸ਼ਬਦ ਸਰਵਣ ਕੀਤਾ ਹੈ। ਤੇ ਆਓ ਅੱਗੇ ਚੱਲਦੇ ਹਾਂ। ਭੱਟ ਸੱਲ ਜੀ। ਇਹ ਭੱਟ ਜਿਹੜੇ ਨੇ, ਭੱਟ ਸੱਲ ਜੀ ਭੱਟ ਕਲ ਜੀ ਦੇ ਭਰਾ ਤੇ ਭੱਟ ਭਿੱਖਾ ਜੀ ਦੇ ਛੋਟੇ ਭਰਾਤਾ ਸੋਖੇ ਦੇ ਸਪੁੱਤਰ ਸਨ। ਆਪ ਜੀ ਵੀ ਆਪਣੇ ਤਾਏ ਭਿੱਖਾ ਜੀ ਦੇ ਨਾਲ ਆਤਮਕ ਤ੍ਰਿਪਤੀ ਵਾਸਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਚਰਨ ਸ਼ਰਨ ਦੇ ਵਿੱਚ ਆਏ ਸੀ। ਕਹਿਣਾ ਪਵੇਗਾ ਕਿ ਭੱਟ ਭਿੱਖਾ ਜੀ ਦਾ ਸਾਰਾ ਪਰਿਵਾਰ ਧਨਤਾ ਦੇ ਯੋਗ ਸੀ, ਜੋ ਸਾਰੇ ਦੇ ਸਾਰੇ ਆਤਮਕ ਭੁੱਖ ਦੀ ਪੂਰਤੀ ਵਾਸਤੇ ਗੁਰੂ ਜੋਤੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਤੇ ਨਾਮ ਦੀ ਦਾਤ ਪ੍ਰਾਪਤ ਕਰਕੇ ਤ੍ਰਿਪਤ ਹੋ ਗਏ। ਸਤਿਗੁਰੂ ਜੀ ਦੇ ਦਰਸ਼ਨ ਕਰਕੇ ਜੋ ਇਹਨਾਂ ਨੇ ਸਾਹਿਬਾਂ ਪਰਥਾਏ ਤੇ ਆਪਣੇ ਅੰਤਰਾਤਮੇ ਮਹਿਸੂਸ ਕੀਤਾ, ਸਾਡੇ ਜਗਿਆਸੂਆਂ ਦੀ ਅਗਵਾਈ ਵਾਸਤੇ ਉਹਨਾਂ ਨੇ ਆਪਣੇ ਅਨੁਭਵਾਂ ਨੂੰ ਕਲਮਬੰਦ ਕਰ ਦਿੱਤਾ, ਜਿਸ ਅਨੁਭਵ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਸੰਭਾਲ ਲਿਆ। ਭੱਟ ਸੱਲ ਜੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਸਤਤ ਦੇ ਵਿੱਚ ਲਿਖਦੇ ਨੇ, ਹੇ ਗੁਰੂ ਰਾਮਦਾਸ ਜੀ, ਆਪ ਜੀ ਚਾਰੇ ਯੁੱਗਾਂ ਦੇ ਵਿੱਚ ਸੰਸਾਰ ਦੀ ਕਲਿਆਣ ਕਰਨ ਵਾਲੇ ਗੁਰੂ ਹੋ। ਮੇਰੀ ਨਿਗਾਹ ਦੇ ਵਿੱਚ ਤਾਂ ਤੁਸੀਂ ਆਪ ਖੁਦ ਹੀ ਪਰਮੇਸ਼ਰ ਹੋ। ਸਾਰੇ ਦੇਵਤੇ, ਸਾਧਕ, ਸਿੱਧ ਤੇ ਸਿੱਖ ਸੇਵਕ ਮੁੱਢ ਤੋਂ ਹੀ ਆਪ ਜੀ ਨੂੰ ਧਿਆਉਂਦੇ ਨੇ। ਆਪ ਜੀ ਆਦਿ ਤੋਂ ਅਤੇ ਯੁਗਾਂ ਜਗੰਤਰਾਂ ਤੋਂ ਅਨਾਦਿ ਹੋ। ਤਿੰਨਾਂ ਲੋਕਾਂ ਦੇ ਵਿੱਚ ਵੀ ਆਪ ਜੀ ਦੀ ਸ਼ਕਤੀ ਕੰਮ ਕਰ ਰਹੀ ਹੈ। ਆਪ ਜੀ ਹੀ ਵੇਦ ਸ਼ਾਸਤਰਾਂ ਦੀ ਰੱਖਿਆ ਕਰਨ ਵਾਲੇ ਹੋ। ਬੁਢੇਪੇ ਤੇ ਮੌਤ ਦਾ ਆਪ ਦੇ ਉੱਤੇ ਕੋਈ ਅਸਰ ਨਹੀਂ। ਗੁਰੂ ਅਮਰਦਾਸ ਜੀ ਨੇ ਆਪ ਨੂੰ ਸਦਾ ਵਾਸਤੇ ਅਟਲ ਕਰ ਦਿੱਤਾ ਹੈ। ਹੇ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਜੀ, ਆਪ ਹਰ ਤਰ੍ਹਾਂ ਦੇ ਬੰਧਨਾਂ ਤੋਂ ਮੁਕਤ ਹੋ ਕੇ ਸਿੱਖ ਸੇਵਕਾਂ ਨੂੰ ਸੰਸਾਰ ਭਵਜਲ ਤੋਂ ਪਾਰ ਕਰਨ ਦੇ ਸਮਰੱਥ ਹੋ। ਜਿਹੜਾ ਵੀ ਤੁਹਾਡੀ ਸ਼ਰਨ ਦੇ ਵਿੱਚ ਆ ਜਾਂਦਾ ਹੈ, ਉਸ ਉੱਤੇ ਪਾਪ ਕਰਮ ਅਤੇ ਜਮਦੂਤ ਆਪਣਾ ਦਬਾ ਨਹੀਂ ਪਾ ਸਕਦੇ। ਕੈਸੀ ਅਦਭੁਤ ਸ਼ਕਤੀ ਦੇ ਤੁਸੀਂ ਮਾਲਕ ਹੋ। ਸਵਈਏ ਮਹੱਲੇ ਚੌਥੇ ਕੇ ਅੰਗ 1406 ਤੇ ਆਪ ਫਰਮਾਉਂਦੇ ਨੇ, ਤੂੰ ਸਤਿਗੁਰ ਚਹੁ ਜੁਗੀ, ਆਪ ਆਪੇ ਪਰਮੇਸ਼ਰ, ਸੁਰ ਨਰ ਸਾਧਿਕ ਸਿੱਧ ਸਿੱਖ ਸੇ ਬੰਤ ਧੁਰ ਹੈ ਧੁਰ, ਆਦ ਜੁਗਾਦ ਅਨਾਦ ਕਲਾ ਧਾਰੀ ਤ੍ਰਿਹ ਲੋਹ, ਅਗਮ ਨਿਗਮ ਉਦਰਣ ਜਰਾ ਜਮਹਿ ਆਰੋਹ, ਗੁਰ ਅਮਰਦਾਸ ਸਿਰ ਥਪਿਓ ਪਰਗਾਮੀ ਤਾਰਨ ਤਰਨ, ਅਗ ਅੰਤਕ ਬਦੇ ਨਾ ਸਲ ਕਬ, ਗੁਰੂ ਰਾਮਦਾਸ ਤੇਰੀ ਸਰਣ। ਭੱਟ ਸੱਲ ਜੀ ਸਤਿਗੁਰਾਂ ਦੀ ਸ਼ਕਤੀ ਦਾ ਪ੍ਰਗਟਾਵਾ ਕਰਦੇ ਹੋਏ ਫਰਮਾਉਂਦੇ ਨੇ ਕਿ ਮਾਇਆ ਦੇ 5 ਦੂਤਾਂ ਤੋਂ ਆਮ ਮਨੁੱਖ ਤਾਂ ਕਿ ਵੱਡੇ ਵੱਡੇ ਰਿਸ਼ੀ ਮੁਨੀ ਦੇਵਤੇ ਵੀ ਨਹੀਂ ਬਚ ਸਕੇ, ਪਰ ਸ੍ਰੀ ਗੁਰੂ ਰਾਮਦਾਸ ਜੀ ਆਪ ਨੇ ਮੋਹ ਦੇ ਵਿੱਚ ਕੀ ਫਸਣਾ ਸੀ। ਤੁਸਾਂ ਤਾਂ ਮੋਹ ਨੂੰ ਮਲ ਕੇ ਚੰਗੀ ਤਰ੍ਹਾਂ ਆਪਣੇ ਵੱਸ ਦੇ ਵਿੱਚ ਕੀਤਾ। ਕਾਮ ਨੂੰ ਆਪ ਨੇ ਕੇਸਾਂ ਤੋਂ ਫੜ ਕੇ ਧਰਤੀ ਤੇ ਪਟਕਾ ਮਾਰਿਆ ਹੈ। ਕ੍ਰੋਧ ਨੂੰ ਆਪ ਜੀ ਨੇ ਖੰਡ ਖੰਡ ਕਰ ਦਿੱਤਾ ਹੈ ਤੇ ਲੋਭ ਨੂੰ ਆਪ ਜੀ ਨੇ ਬੜੀ ਨਿਰਾਦਰੀ ਦੇ ਨਾਲ ਝਾੜ ਕੇ ਪਰਾਂ ਸੁੱਟ ਦਿੱਤਾ ਹੈ। ਜਨਮ ਅਤੇ ਮੌਤ ਆਪ ਜੀ ਦੇ ਅੱਗੇ ਹੱਥ ਜੋੜ ਕੇ ਖਲੋਤੇ ਨੇ, ਭਾਵ ਤੁਹਾਡੇ ਵੱਸ ਵਿੱਚ ਨੇ। ਹੇ ਗੁਰੂ ਰਾਮਦਾਸ ਜੀ, ਆਪ ਜੀ ਨੇ ਸਿੱਖਾਂ ਸੇਵਕਾਂ ਦੇ ਪਾਰ ਉਤਾਰੇ ਦੇ ਲਈ ਸੰਸਾਰ ਸਾਗਰ ਤੋਂ ਤੇ ਮਾਨੋ ਪੁਲ ਹੀ ਬੰਨ੍ਹ ਦਿੱਤਾ ਹੈ। ਆਪ ਜੀ ਰਾਜ ਯੋਗ ਦੇ ਬਲ ਦੇ ਨਾਲ ਸੱਚੇ ਤਖਤ ਤੇ ਬਿਰਾਜਮਾਨ ਹੋ। ਆਪ ਜੀ ਦੇ ਸਿਰ ਉੱਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੁਰਤਾ ਗੱਦੀ ਦਾ ਛਤਰ ਝੁੱਲ ਰਿਹਾ ਹੈ। ਅਖੀਰ ਵਿੱਚ ਸੱਲ ਭੱਟ ਜੀ ਕਹਿੰਦੇ ਨੇ ਕਿ ਮੈਂ ਸੱਚੀ ਗੱਲ ਕਹਿ ਰਿਹਾ ਹਾਂ ਕਿ ਹੇ ਗੁਰੂ ਰਾਮਦਾਸ ਜੀ, ਤੁਸੀਂ ਅਟਲ ਅਵਿਨਾਸ਼ੀ ਰਾਜ ਦੇ ਮਾਲਕ ਅਤੇ ਅਜਿੱਤ ਫੌਜ ਦੇ ਸਰਦਾਰ ਹੋ। ਐਸਾ ਅਲੰਕਾਰ
ਅਸੁਰੀ ਸੰਪਦਾ ਤੋਂ ਅਲੇਪ ਹੋਣ ਦਾ ਸਲ ਭੱਟ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਪਰਥਾਏ ਉਲੀਕਿਆ ਹੈ। ਆਪ ਜੀ ਲਿਖਦੇ ਨੇ, ਮੋਹ ਮਲ ਬਿਵਸ ਕੀਓ ਕਾਮ ਗਹਿ ਕੇਸ ਪਛਾੜਿਓ, ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ ਸਿਉ ਝਾੜਿਓ, ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨੈ, ਭਵ ਸਾਗਰ ਬੰਧਿਓ ਸਿਖ ਤਾਰੇ ਸੋ ਪ੍ਰਸੰਨੈ, ਸਿਰ ਆਤਪਤ ਸਚੋ ਤਖਤ ਜੋਗ ਭੋਗ ਸੁਜਤ ਬਲ, ਗੁਰੂ ਰਾਮਦਾਸ ਸੱਚ ਸਲ ਭਣ ਤੂੰ ਅਟਲ ਰਾਜ ਅਭਗ ਦਲ। ਸਵਈਏ ਮਹੱਲੇ ਚੌਥੇ ਕੇ ਅੰਗ 1406। ਸ੍ਰੀ ਗੁਰੂ ਅਮਰਦਾਸ ਜੀ ਪਰਥਾਏ ਵੀ ਭੱਟ ਸਲ ਜੀ ਆਪਣੀ ਅਕੀਦਤ ਪੇਸ਼ ਕਰਦੇ ਹੋਏ ਇਸ ਤਰ੍ਹਾਂ ਫਰਮਾਉਂਦੇ ਨੇ, ਪਹਿਰ ਸਮਾਦ ਸੁਨਾਹ ਗਿਆਨ ਹੈ ਆਸਣ ਚੜਿਓ, ਧਰਮ ਧਨਕ ਕਰ ਗਹਿਓ, ਭਗਤ ਸੀਲ ਹੈ ਸਰ ਲੜਿਓ, ਭੈ ਨਿਰਭਉ ਹਰ ਅਟਲ ਮਨ ਸ਼ਬਦ ਗੁਰ ਨੇਜਾ ਗੜਿਓ, ਕਾਮ ਕ੍ਰੋਧ ਲੋਭ ਮੋਹ ਅਪਤ ਪੰਚ ਦੂਤ ਬਿਖੰਡਿਓ, ਭਲੋ ਭੂਹਾਲ ਤੇਜੋ ਤਨਾ, ਨਿਰਪਤ ਨਾਥ ਨਾਨਕ ਵਰ, ਗੁਰ ਅਮਰਦਾਸ ਸੱਚ ਸਲ ਭਣ ਤੈਂ ਦਲ ਜਿਤਿਓ, ਇਵ ਯੁੱਧ ਕਰ। ਸਵਈਏ ਮਹੱਲੇ ਤੀਜੇ ਕੇ ਅੰਗ 1396। ਭੱਟ ਸਲ ਜੀ ਇਹ ਪ੍ਰਗਟਾਉਣ ਦਾ ਯਤਨ ਕਰ ਰਹੇ ਨੇ ਕਿ ਸਾਰੇ ਸਤਿਗੁਰੂ ਪਰਮੇਸ਼ਰ ਅਕਾਲ ਪੁਰਖ ਦਾ ਰੂਪ ਹਨ। ਸੰਸਾਰ ਦੀ ਮਾਇਆ ਜੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਰਾਹੀਂ ਮਨੁੱਖ ਤੇ ਪ੍ਰਭਾਵੀ ਹੋ ਕੇ ਸੱਚੇ ਮਾਰਗ ਤੋਂ ਡੁਲਾ ਦਿੰਦੀ ਹੈ। ਇਸ ਮਾਇਆ ਦਾ ਪ੍ਰਭਾਵ ਨਿਰੰਜਨੀ ਜੋਤ ਦੇ ਮਾਲਕ ਸਤਿਗੁਰਾਂ ਉੱਤੇ ਭੋਰਾ ਜਿੰਨਾ ਵੀ ਨਹੀਂ ਪੈ ਸਕਿਆ, ਸਗੋਂ ਜਿਹੜਾ ਸ਼ਰਧਾ ਭਾਵਨੀ ਦੇ ਨਾਲ ਸਤਿਗੁਰਾਂ ਦੀ ਓਟ ਤੱਕ ਕੇ ਚਰਨ ਸ਼ਰਨ ਵਿੱਚ ਆ ਜਾਂਦਾ ਹੈ, ਸਤਿਗੁਰੂ ਜੀ ਉਸ ਨੂੰ ਵੀ ਮਾਇਆ ਦੇ ਪ੍ਰਭਾਵ ਤੋਂ ਬਚਾ ਲੈਂਦੇ ਨੇ। ਲੋੜ ਹੈ ਆਪਾ ਭਾਵ ਤਿਆਗ ਕੇ ਗੁਰੂ ਕੀ ਓਟ ਤੇ ਆਸਰਾ ਗ੍ਰਹਿਣ ਕਰਨ ਦੀ। ਜੋ ਸਤਿਗੁਰੂ ਜੀ ਹੁਕਮ ਕਰਦੇ ਨੇ ਉਸੇ ਅਨੁਸਾਰ ਅਸੀਂ ਆਪਣਾ ਜੀਵਨ ਚਲਾਈਏ। ਜਿਹੜਾ ਗੁਰਸਿੱਖ ਮੀਤ ਚਲਹੁ ਗੁਰ ਚਾਲੀ ਦੇ ਧਾਰਨੀ ਬਣ ਜਾਂਦਾ ਹੈ, ਉਸ ਦੇ ਮਨੁੱਖਾ ਜਨਮ ਦੀ ਯਾਤਰਾ ਗੁਰੂ ਮਿਹਰ ਦੇ ਨਾਲ ਸਫਲ ਹੋ ਜਾਂਦੀ ਹੈ। ਤੇ ਇਹ ਸੀ ਭੱਟ ਸਲ ਜੀ ਦੇ ਬਾਰੇ। ਤੇ ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਣ ਕਰਦੇ ਹਾਂ, ਜਿਸ ਨੂੰ ਗਾਇਨ ਕੀਤਾ ਹੈ ਸੰਤ ਅਨੂਪ ਸਿੰਘ ਜੀ ਉਨਾ ਸਾਹਿਬ ਵਾਲਿਆਂ ਨੇ। ਸਤਿਗੁਰ ਪੂਰਖ ਅਗਮ ਹੈ, ਸਤਿਗੁਰ ਪੂਰਖ ਅਗਮ ਹੈ, ਨਿਰਵੈਰ ਨਿਰਾਲਾ, ਨਿਰਵੈਰ ਨਿਰਾਲਾ, ਨਿਰਵੈਰ ਨਿਰਾਲਾ, ਨਿਰਵੈਰ ਨਿਰਾਲਾ। ਸਤਿਗੁਰ ਪੂਰਖ ਅਗਮ ਹੈ, ਸਤਿਗੁਰ ਪੂਰਖ ਅਗਮ ਹੈ, ਨਿਰਵੈਰ ਨਿਰਾਲਾ, ਨਿਰਵੈਰ ਨਿਰਾਲਾ, ਨਿਰਵੈਰ ਨਿਰਾਲਾ, ਨਿਰਵੈਰ ਨਿਰਾਲਾ। ਜਾਣੋ ਧਰਤੀ ਧਰਮ ਕੀ, ਸੱਚੀ ਧਰਮਸ਼ਾਲਾ, ਸੱਚੀ ਧਰਮਸ਼ਾਲਾ। ਜਾਣੋ ਧਰਤੀ ਧਰਮ ਕੀ, ਸੱਚੀ ਧਰਮਸ਼ਾਲਾ, ਸੱਚੀ ਧਰਮਸ਼ਾਲਾ। ਨਿਰਵੈਰ
ਫਲ ਕਰਮ ਸਮਾਲਾ, ਫਲ ਕਰਮ ਸਮਾਲਾ। ਜੇਹਾ ਬੀਜੈ ਸੋ ਲੁਣੈ, ਫਲ ਕਰਮ ਸਮਾਲਾ, ਫਲ ਕਰਮ ਸਮਾਲਾ। ਜਿਉ ਕਰ ਨਿਰਮਲ ਆਰਸੀ, ਜਗ ਵੇਖਣ ਵਾਲਾ, ਜਗ ਵੇਖਣ ਵਾਲਾ। ਜਿਉ ਕਰ ਨਿਰਮਲ ਆਰਸੀ, ਜਗ ਵੇਖਣ ਵਾਲਾ, ਜਗ ਵੇਖਣ ਵਾਲਾ। ਨਿਰਵੈਰ ਨਿਰਾਲਾ, ਨਿਰਵੈਰ ਨਿਰਾਲਾ, ਨਿਰਵੈਰ ਨਿਰਾਲਾ, ਨਿਰਵੈਰ ਨਿਰਾਲਾ। ਸਤਿਗੁਰ ਪੂਰਖ ਅਗੰਮ ਹੈ, ਸਤਿਗੁਰ ਪੂਰਖ ਅਗੰਮ ਹੈ। ਨਿਰਵੈਰ ਨਿਰਾਲਾ, ਨਿਰਵੈਰ ਨਿਰਾਲਾ, ਨਿਰਵੈਰ ਨਿਰਾਲਾ, ਨਿਰਵੈਰ ਨਿਰਾਲਾ। ਜੇਹਾ ਮੋਹ ਕਰ ਪਾਲੀਐ, ਤੇ ਹੋਵੇ ਖਾਲਾ, ਤੇ ਹੋਵੇ ਖਾਲਾ। ਜੇਹਾ ਮੋਹ ਕਰ ਪਾਲੀਐ, ਤੇ ਹੋਵੇ ਖਾਲਾ, ਤੇ ਹੋਵੇ ਖਾਲਾ। ਸੇਵਕ ਦਰ ਗਏ ਸੁਰਖਰੂ, ਵੇ ਮੁਖ ਮੋਹ ਕਾਲਾ, ਵੇ ਮੁਖ ਮੋਹ ਕਾਲਾ। ਨਿਰਵੈਰ ਨਿਰਾਲਾ, ਨਿਰਵੈਰ ਨਿਰਾਲਾ, ਨਿਰਵੈਰ ਨਿਰਾਲਾ, ਨਿਰਵੈਰ ਨਿਰਾਲਾ। ਸਤਿਗੁਰ ਪੂਰਖ ਅਗੰਮ ਹੈ, ਸਤਿਗੁਰ ਪੂਰਖ ਅਗੰਮ ਹੈ। ਨਿਰਵੈਰ ਨਿਰਾਲਾ, ਨਿਰਵੈਰ ਨਿਰਾਲਾ, ਨਿਰਵੈਰ ਨਿਰਾਲਾ, ਨਿਰਵੈਰ ਨਿਰਾਲਾ। ਜਾਣੋ ਧਰਤੀ ਧਰਮ ਕੀ, ਸੱਚੀ ਧਰਮਸ਼ਾਲਾ, ਸੱਚੀ ਧਰਮਸ਼ਾਲਾ। ਜਾਣੋ ਧਰਤੀ ਧਰਮ ਕੀ, ਸੱਚੀ ਧਰਮਸ਼ਾਲਾ, ਸੱਚੀ
ਹਾਂਜੀ, ਇਹ ਸਨ ਸੰਤ ਅਨੂਪ ਸਿੰਘ ਜੀ ਉਹਨਾਂ ਸਾਹਿਬ ਵਾਲੇ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ। ਤੇ ਇਸ ਸ਼ਬਦ ਤੋਂ ਪਹਿਲਾਂ ਅਸੀਂ ਭੱਟ ਸੱਲ ਜੀ ਦੇ ਬਾਰੇ, ਉਹਨਾਂ ਦੀ ਬਾਣੀ ਦੇ ਬਾਰੇ ਕੁਝ ਕੁ ਵਿਚਾਰਾਂ ਜਿਹੜੀਆਂ ਨੇ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਸਨ। ਤੇ ਆਓ ਚੱਲਦੇ ਹਾਂ ਹੁਣ ਭੱਟ ਭੱਲ ਜੀ। ਭੱਟ ਭੱਲ ਜੀ ਜਿਹੜੇ ਨੇ ਉਹ ਭੱਟ ਸੱਲ ਜੀ ਦੇ ਭਰਾ ਤੇ ਸੋਖੇ ਦੇ ਪੁੱਤਰ ਤੇ ਭੱਟ ਭਿੱਖਾ ਜੀ ਦੇ ਭਤੀਜੇ ਹਨ। ਆਪ ਜੀ ਨੇ ਗੁਰੂ ਦਰਬਾਰ ਦੇ ਵਿੱਚ ਹਾਜ਼ਰ ਹੋ ਕੇ ਗੁਰਸਿੱਖੀ ਦੀ ਦਾਤ ਪ੍ਰਾਪਤ ਕੀਤੀ ਤੇ ਆਪਣੇ ਜੀਵਨ ਨੂੰ ਗੁਰੂ ਚਾਲੀ ਦੇ ਵਿੱਚ ਤੋਰ ਕੇ ਆਪਣਾ ਜੀਵਨ ਸਫਲਾ ਕੀਤਾ। ਭੱਟ ਭੱਲ ਜੀ ਦਾ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਮਹਿਮਾ ਦੇ ਵਿੱਚ ਉਚਾਰਨ ਕੀਤਾ ਹੋਇਆ 4 ਪੰਕਤੀਆਂ ਦਾ ਇੱਕੋ ਇੱਕ ਸਵਈਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹੈ, ਜਿਹਦੀ ਸ਼ੈਲੀ ਉਪਮਾਨਾਂ ਦੀ ਵਰਤੋਂ ਤੇ ਸਵਈਏ ਦੀ ਬਣਤਰ ਐਸੀ ਹੈ ਕਿ ਜਿਉਂ-ਜਿਉਂ ਇਸ ਨੂੰ ਪੜ੍ਹੀਏ, ਜਿੱਥੇ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਦੀ ਮਹਾਨਤਾ ਵਡਿਆਈ ਹਿਰਦੇ ਵਿੱਚ ਘਰ ਘਰ ਜਾਂਦੀ ਹੈ, ਉੱਥੇ ਇਸ ਨੂੰ ਪੜ੍ਹਨ ਦੇ ਨਾਲ ਗੁਰੂ ਭਗਤੀ ਹਿਰਦੇ ਦੇ ਵਿੱਚ ਦ੍ਰਿੜ ਹੋ ਕੇ ਮਨ ਨੂੰ ਨਿਰਮਲਤਾਈ ਪ੍ਰਦਾਨ ਕਰਦੀ ਹੈ ਅਤੇ ਬਾਰੰਬਾਰ ਇਸ ਨੂੰ ਪੜ੍ਹਨ ਦੇ ਨਾਲ ਜੀ ਉਤਾਵਲਾ ਹੁੰਦਾ ਹੈ। ਭੱਲ ਜੀ ਦਾ ਉਪਮਾਨ ਵੀ ਭੱਲ ਜੀ ਨੇ ਉਪਮਾਨ ਵੀ ਕਮਾਲ ਦੇ ਚੁਣੇ ਨੇ। ਆਪ ਜੀ ਲਿਖਦੇ ਨੇ ਕਿ ਜਿਸ ਵੇਲੇ ਬਾਰਿਸ਼ ਹੁੰਦੀ ਹੈ, ਧਰਤੀ ਉੱਤੇ ਅਸਮਾਨ ਵਿੱਚੋਂ ਡਿੱਗ ਰਹੀਆਂ ਪਾਣੀ ਦੀਆਂ ਕਣੀਆਂ ਦੀ ਗਿਣਤੀ ਅੱਜ ਤੱਕ ਨਾ ਕੋਈ ਕਰ ਸਕਿਆ ਹੈ ਤੇ ਨਾ ਹੀ ਕਰ ਸਕੇਗਾ। ਧਰਤੀ ਦੀ ਬਨਸਪਤੀ ਤੇ ਬਸੰਤ ਰੁੱਤ ਦੇ ਵਿੱਚ ਕਿੰਨੇ ਕੁ ਫੁੱਲ ਖਿੜਦੇ ਨੇ, ਇਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਸੂਰਜ ਤੇ ਚੰਦਰਮਾ ਦੇ ਵਿੱਚੋਂ ਕਿੰਨੀਆਂ ਕੁ ਕਿਰਨਾਂ ਨਿਕਲਦੀਆਂ ਨੇ, ਸਮੁੰਦਰ ਤੇ ਪਾਣੀ ਦਾ ਨਾਪ ਤੋਲ ਅਤੇ ਗੰਗਾ ਦਰਿਆ ਦੀਆਂ ਕਿੰਨੀਆਂ ਲਹਿਰਾਂ ਉੱਠਦੀਆਂ ਨੇ, ਇਹਨਾਂ ਦੀ ਗਿਣਤੀ ਦਾ ਕੋਈ ਅੰਤ ਨਹੀਂ ਪਾ ਸਕਿਆ, ਕਿਉਂਕਿ ਬੇਅੰਤ ਦੀ ਰਚਨਾ ਬੇਅੰਤ ਹੈ। ਪ੍ਰਭ ਮੇਰਾ ਬੇਅੰਤ ਹੈ, ਅੰਤ ਕਿਨੇ ਨਾ ਲਖਣੀ ਦਾ ਪਾਵਨ ਬਾਕ ਹੀ ਟੁਕਦਾ ਹੈ। ਪਰ ਫਿਰ ਵੀ ਜੇ ਕੋਈ ਸ਼ਿਵ ਜੀ ਵਾਂਗ ਇੱਕ ਟਕ ਸਮਾਧੀ ਲਾ ਕੇ ਗੁਰੂ ਤੋਂ ਗਿਆਨ ਪ੍ਰਾਪਤ ਕਰਕੇ ਇਹਨਾਂ ਅਣਗਿਣਤ ਚੀਜ਼ਾਂ ਦੀ ਗਿਣਤੀ ਤੇ ਥਹੁ ਪ੍ਰਾਪਤ ਕਰ ਲਵੇ, ਪਰ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਸਤਿਗੁਰੂ ਅਮਰਦਾਸ ਜੀ ਤੁਹਾਡੇ ਗੁਣ, ਤੁਹਾਡੇ ਪਰਉਪਕਾਰ ਤੇ ਤੁਹਾਡੀ ਵਡਿਆਈ ਦੀ ਕੋਈ ਗਿਣਤੀ ਨਹੀਂ ਕਰ ਸਕਦਾ। ਬਸ ਆਪ ਜੀ ਦੀ ਮਹਿਮਾ, ਆਪ ਜੀ ਦੀ ਉਪਮਾ ਤੁਹਾਨੂੰ ਹੀ ਬਣ ਆਉਂਦੀ ਹੈ। ਤੇ ਇਹ ਨੇ ਸ਼ਬਦ ਭੱਲ ਜੀ ਦੇ। ਉਹਨਾਂ ਦਾ ਸਵਈਆ ਇਸ ਤਰ੍ਹਾਂ ਹੈ। ਘਨ ਹਰ ਬੂੰਦ ਬਸੋ ਰੋਮਾਵਲ, ਕੁਸਮ ਬਸੰਤ ਗਣੰਤ ਨਾ ਆਵੈ। ਰਬ ਸਚ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। रुदर ध्यान ज्ञान सतगुर के, कब जन भल उन्हें जो गावे। भले अमरदास गुण तेरे, तेरी उपमा तोहे बने आवे। सवैये महले तीजे के, अंग 1396। ਸੱਤਾ ਜੀ ਨੇ ਵੀ ਭੱਲ ਜੀ ਦੇ ਵਿਚਾਰਾਂ ਦੀ ਪ੍ਰੋੜਤਾ ਇਸ ਤਰ੍ਹਾਂ ਕੀਤੀ ਹੈ। ਝੱਖੜ ਬਾਓ ਨਾ ਡੋਲਈ, ਪਰਬਤ ਮੇਰਾਨ, ਜਾਣੇ ਬਿਰਥਾ ਜੀ ਕੀ, ਜਾਣੀ ਹੂੰ ਜਾਣ। ਕਿਆ ਸਲਾਹੀ ਸੱਚੇ ਪਾਤਸ਼ਾਹ, ਜਾਂ ਤੂੰ ਸੁਗੜ ਸਜਾਨ। ਟਿਕੇ ਕੀ ਦੀਵਾਰ, ਅੰਗ 968। ਜਿਵੇਂ ਪਰਮੇਸ਼ਰ ਬੇਅੰਤ ਹੈ, ਪਰਮੇਸ਼ਰ ਦੀ ਮਹਿਮਾ ਕੋਈ ਵਰਣਨ ਨਹੀਂ ਕਰ ਸਕਦਾ, ਤਿਵੇਂ ਹੀ ਸਤਿਗੁਰੂ ਪਰਮੇਸ਼ਰ ਦਾ ਰੂਪ ਹੈ। ਇਸ ਲਈ ਗੁਰੂ ਦੀ ਮਹਿਮਾ ਵਡਿਆਈ ਵੀ ਕਥਨ ਨਹੀਂ ਕੀਤੀ ਜਾ ਸਕਦੀ। ਗੁਰੂ ਅਰਜਨ ਦੇਵ ਜੀ ਮਹਾਰਾਜ ਰਾਗ ਆਸਾ ਵਿੱਚ ਫਰਮਾਉਂਦੇ ਨੇ, ਗੁਰ ਕੀ ਮਹਿਮਾ ਕਿਆ ਕਹਾਂ, ਗੁਰ ਬਵੇਕ ਸਤ ਸਰ। ਉਹ ਆਦ ਜਗਾਦੀ, ਯੁਗ ਹੈ ਯੁਗ ਪੂਰਾ ਪਰਮੇਸ਼ਰ। ਆਸਾ ਮਹੱਲਾ 5ਵਾਂ, ਅੰਗ 397। ਇਸੇ ਤਰ੍ਹਾਂ ਰਾਗ ਮਾਰੂ ਦੇ ਵਿੱਚ 5ਵੇਂ ਪਾਤਸ਼ਾਹ ਫਰਮਾਉਂਦੇ ਨੇ, ਗੁਰ ਕੀ ਮਹਿਮਾ ਭੇਦ ਨਾ ਜਾਣਹਿ, ਤੁਸ਼ ਮਾਤ ਸੁਣ ਸੁਣ ਬਖਾਣੇ। ਜਿਵੇਂ ਪਰਮੇਸ਼ਰ ਦੀ ਮਹਿਮਾ ਗਤੀ ਮਰਜ਼ਾਦਾ ਨੂੰ ਕੋਈ ਨਹੀਂ ਜਾਣ ਸਕਿਆ, ਤਿਵੇਂ ਸਤਿਗੁਰ ਜੋ ਪਰਮੇਸ਼ਰ ਦੇ ਸਰਗੁਣ ਸਰੂਪ ਨੇ, ਉਹਨਾਂ ਦੀ ਮਹਿਮਾ ਵਡਿਆਈ ਨੂੰ ਵੀ ਕੋਈ ਨਹੀਂ ਜਾਣ ਸਕਦਾ।
ਪਰ ਉਹਨਾਂ ਦੀ ਮਹਿਮਾ ਵਡਿਆਈ ਸਿਫਤ ਤੋਂ ਸਲਾਹ ਕਰਕੇ ਆਤਮਿਕ ਲਾਭ ਜ਼ਰੂਰ ਪ੍ਰਾਪਤ ਕਰ ਸਕਦਾ ਹੈ। ਮੇਰਾ ਲਾਭ ਹੀ ਨਹੀਂ, ਸਗੋਂ ਸਤਿਗੁਰੂ ਜੀ ਦੇ ਫਰਮਾਨ ਅਨੁਸਾਰ ਗੁਰੂ ਨੂੰ ਸੇਵ ਕੇ, ਗੁਰੂ ਨੂੰ ਯਾਦ ਕਰਕੇ, ਗੁਰੂ ਦੇ ਵਿੱਚ ਅਭੇਦਤਾ ਪ੍ਰਾਪਤ ਕਰਕੇ ਪ੍ਰਭੂ ਦਾ ਰੂਪ ਵੀ ਬਣਿਆ ਜਾ ਸਕਦਾ ਹੈ। ਕਿਉਂਕਿ ਕੁਦਰਤ ਦਾ ਨੇਮ ਹੈ, ਭੈ ਰਚ ਰਹਿ ਸੋ ਨਿਰਭਉ ਹੋਏ, ਜੈਸਾ ਸੇਵੈ ਤੈਸੋ ਹੋਏ। ਗੌੜੀ ਮਹੱਲਾ ਪਹਿਲਾ, ਅੰਗ 223। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ੍ਰੀ ਰਾਗ ਦੇ ਵਿੱਚ ਅੰਕਿਤ ਕੀਤਾ ਹੋਇਆ ਸ਼ਬਦ ਸਤਿਗੁਰੂ ਜੀ ਦੀ ਆਤਮਿਕ ਉੱਚਤਾ, ਸਤਿਗੁਰੂ ਜੀ ਦੀ ਸ਼ਕਤੀ, ਸਤਿਗੁਰੂ ਜੀ ਦੀ ਮਹਾਨਤਾ ਦਾ ਸਬੂਤ ਹੈ। ਤੇ ਇਹ ਜਿਹੜਾ ਭਲ ਜੀ ਦਾ ਸਵਈਆ ਹੈ, ਇਹਦੀ ਹੋਰ ਵੀ ਸਪਸ਼ਟਤਾ ਇਸ ਸ਼ਬਦ ਨੂੰ ਪੜ੍ਹਨ ਤੇ ਹੋ ਜਾਂਦੀ ਹੈ। ਸ੍ਰੀ ਰਾਗ ਮਹੱਲਾ ਪੰਜਵਾ। ਗੁਰ ਪਰਮੇਸ਼ਰ ਪੂਜੀਐ, ਮਨ ਤਨ ਲਾਏ ਪਿਆਰ, ਸਤਿਗੁਰ ਦਾਤਾ ਜੀ ਕਾ ਸਭ ਸੈ ਦੇ ਆਧਾਰ। ਸਤਿਗੁਰ ਬਚਨ ਕਮਾਵਣੇ, ਸੱਚਾ ਇਹੋ ਵਿਚਾਰ, ਬਿਨ ਸਾਧੂ ਸੰਗਤ ਰਤਿਆ, ਮਾਇਆ ਮੋਹ ਸਭ ਛਾਰ। ਮੇਰੇ ਸਾਜਨ ਹਰ ਹਰ ਨਾਮ ਸਮਾਲ, ਸਾਧੂ ਸੰਗਤ ਮਨ ਵਸੈ, ਪੂਰਨ ਹੋਵੇ ਘਾਲ ਰਹਾਉ। ਗੁਰ ਸਮਰੱਥ ਅਪਾਰ ਗੁਰ, ਬਡ ਭਾਗੀ ਦਰਸ਼ਨ ਹੋਏ, ਗੁਰ ਅਗੋਚਰ ਨਿਰਮਲਾ, ਗੁਰ ਜੇਵੜ ਅਵਰ ਨਾ ਕੋਏ। ਗੁਰ ਕਰਤਾ ਗੁਰ ਕਰਨਹਾਰ, ਗੁਰਮੁਖ ਸੱਚੀ ਸੋਏ। ਗੁਰ ਤੇ ਬਾਹਰ ਕਿਛ ਨਹੀਂ, ਗੁਰ ਕੀਤਾ ਲੋੜੈ ਸੋ ਹੋਏ। ਗੁਰ ਤੀਰਥ ਗੁਰ ਪਾਰ ਜਾਤ, ਗੁਰ ਮਨਸਾ ਪੂਰਨ ਹਾਰ। ਗੁਰ ਦਾਤਾ ਹਰ ਨਾਮ ਦੇ, ਉਧਰੈ ਸਭ ਸੰਸਾਰ। ਗੁਰ ਸਮਰੱਥ ਗੁਰ ਨਿਰੰਕਾਰ, ਗੁਰ ਉੱਚਾ ਅਗਮ ਅਪਾਰ। ਗੁਰ ਕੀ ਮਹਿਮਾ ਅਗਮ ਹੈ, ਕਿਆ ਕਥੇ ਕਥਨ ਹਾਰ। ਜਿਤੜੇ ਫਲ ਮਨ ਬਾਛੀਐ, ਤਿਤੜੈ ਸਤਿਗੁਰ ਪਾਸ। ਪੂਰਬ ਲਿਖੇ ਕਮਾਵਣੇ, ਸੱਚ ਨਾਮ ਦੇ ਰਾਸ। ਸਤਿਗੁਰ ਸਰਣੀ ਆਇਆ, ਬਹੁੜ ਨਹੀਂ ਬਿਨਾਸ। ਹਰ ਨਾਨਕ ਕਦੇ ਨਾ ਬਿਸਰੋ, ਇਹੋ ਜੀਓ ਪਿੰਡ ਤੇਰਾ ਸਾਸ। ਅੰਗ 52। ਸੋ ਲੋੜ ਹੈ ਭਲ ਜੀ ਤੋਂ ਅਗਵਾਈ ਲੈ ਕੇ ਗੁਰੂ ਤੇ ਪਰਮੇਸ਼ਰ ਨੂੰ ਇੱਕ ਜਾਣੀਏ, ਤੇ ਨਾਲ ਹੀ ਕਿਰਤ ਦੀ ਸਿਫਤ ਵਡਿਆਈ ਮਨੌਤ ਕਰਨ ਤੋਂ ਆਪਾਂ ਗੁਰੇਜ਼ ਕਰੀਏ। ਗੁਰੂ ਦੀ ਸ਼ਰਨ ਨੂੰ ਗ੍ਰਹਿਣ ਕਰਕੇ ਸੱਤ ਮਾਰਗ ਦੇ ਧਾਰਨੀ ਬਣੀਏ, ਅਤੇ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ ਨੂੰ ਆਪਣੇ ਜੀਵਨ ਦੇ ਵਿੱਚ ਅਪਣਾ ਲਈਏ। ਇਹ ਸਨ ਕੁਝ ਵਚਨ, ਤੇ ਅੱਜ ਦਾ ਇਹ ਆਖਰੀ ਲੇਖ ਸੀ, ਕਿਉਂਕਿ ਸਮਾਂ ਥੋੜਾ ਹੀ ਬਾਕੀ ਹੈ। ਅਸੀਂ ਇੱਕ ਸ਼ਬਦ ਦੇ ਨਾਲ ਆਪ ਜੀ ਨੂੰ ਛੱਡ ਕੇ ਜਾਣਾ ਹੈ, ਤੇ ਇੱਥੇ ਹੀ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਦੀ ਯਾਚਨਾ ਕਰਦੇ ਹਾਂ ਅਸੀਂ, ਤੇ ਆਪ ਜੀ ਨੂੰ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਅਸੀਂ ਆਪ ਜੀ ਨੂੰ ਜਿਹੜੇ ਸ਼ਬਦ ਦੇ ਨਾਲ ਛੱਡ ਕੇ ਜਾ ਰਹੇ ਹਾਂ, ਉਸ ਨੂੰ ਲਾਈਨ ਅਪ ਕੀਤਾ ਹੈ, ਤੇ ਇਹ ਜਿਹੜਾ ਪ੍ਰੋਗਰਾਮ ਹੈ, ਇਸ ਦੀ ਰਿਕਾਰਡਿੰਗ ਬਾਅਦ ਦੇ ਵਿੱਚ YouTube ਦੇ ਉੱਤੇ ਪਾ ਦਿੱਤੀ ਜਾਂਦੀ ਹੈ। ਅਗਰ ਕਿਤੇ ਆਪ ਜੀ ਨੇ ਮਿਸ ਕੀਤਾ ਹੈ ਤਾਂ ਸੁਣਿਆ ਜਾ ਸਕਦਾ ਹੈ, ਤੇ ਉਸ ਨੂੰ ਲੱਭਣ ਦੇ ਲਈ ਤੁਸੀਂ Google ਦੇ ਵਿੱਚ ਸਰਚ ਕਰ ਸਕਦੇ ਹੋ, ਸਿੱਖ ਵਿਰਸਾ ਪ੍ਰੋਗਰਾਮ, ਤੇ ਜਾਂ ਜਿਹੜਾ ਹੈ ਚੈਨਲ ਹੈ ਉਹਦਾ ਨਾਂ ਹੈ KRFM at 9 on Sunday। ਸੋ ਇਸ ਤਰ੍ਹਾਂ ਵੀ ਜਿਹੜਾ ਹੈ ਅਸੀਂ ਇਹ ਜਿਹੜਾ ਹੈ ਪ੍ਰੋਗਰਾਮ ਜਿਹੜਾ ਹੈ ਉਹਦੀ ਰਿਕਾਰਡਿੰਗ ਜਿਹੜੀ ਹੈ ਉਹਨੂੰ ਸੁਣਿਆ ਜਾ ਸਕਦਾ ਹੈ। ਤੇ ਆਓ ਇੱਥੇ ਹੀ ਵੀ ਜੀ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸ਼ਬਦ ਦੇ ਦੂਸਰੇ ਪਾਰ ਅਸੀਂ ਆਪ ਜੀ ਨੂੰ ਲੈ ਚਲਾਂਗੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਜਿੱਥੋਂ ਆਪ ਜੀ ਸਿੱਧਾ ਪ੍ਰਸਾਦ ਸਰਵਨ ਕਰੋਗੇ। ਦਾਤਿਆ ਦੇਹੁ ਦਰਸ, ਸੁਖ ਦਾਤਿਆ ਸੁਖ ਦਾਤਿਆ ਦੇਹੁ ਦਰਸ, ਸੁਖ ਦਾਤਿਆ। ਮੈਂ ਗਲ ਵਿੱਚ ਲੇਹੁ ਮਿਲਾਏ ਜਿਉ, ਗਲ ਵਿੱਚ ਲੇਹੁ ਮਿਲਾਏ ਜਿਉ।
ਸਭ ਸੇਤ ਸੇਵੇ ਦਿਨ ਰਾਤ ਜਿਉ ਦੇ ਕੰਨ ਸੁਣੋ ਅਰਦਾਸ ਜਿਉ ਸਭ ਸੇਤ ਸੇਵੇ ਦਿਨ ਰਾਤ ਜਿਉ ਦੇ ਕੰਨ ਸੁਣੋ ਅਰਦਾਸ ਜਿਉ ਠੋਕ ਵਜਾਏ ਸਭ ਡਿਠੀਆਂ ਠੋਕ ਵਜਾਏ ਸਭ ਡਿਠੀਆਂ ਤੁਸ ਆਪੇ ਲਾਇਨ ਛਡਾਏ ਜਿਉ ਤੁਸ ਆਪੇ ਲਾਇਨ ਛਡਾਏ ਜਿਉ ਸੁਖ ਦਾਤਿਆ ਦੇਹੁ ਤਰਸ ਸੁਖ ਦਾਤਿਆ ਸੁਖ ਦਾਤਿਆ ਦੇਹੁ ਤਰਸ ਸੁਖ ਦਾਤਿਆ ਮੈਂ ਗਲ ਵਿੱਚ ਲੈ ਹੋ ਮਿਲਾਏ ਜਿਉ ਗਲ ਵਿੱਚ ਲੈ ਹੋ ਮਿਲਾਏ ਜਿਉ ਸੁਖ ਦਾਤਿਆ ਦੇਹੁ ਤਰਸ ਸੁਖ ਦਾਤਿਆ ਸੁਖ ਦਾਤਿਆ ਦੇਹੁ ਤਰਸ ਸੁਖ ਦਾਤਿਆ ਹੁਣ ਹੁਕਮ ਹੋਆ ਮਿਹਰਬਾਨ ਦਾ ਪੈ ਕੋਈ ਨਾ ਕੀ ਸਹਿਰ ਜਾਣਦਾ ਹੁਣ ਹੁਕਮ ਹੋਆ ਮਿਹਰਬਾਨ ਦਾ ਪੈ ਕੋਈ ਨਾ ਕੀ ਸਹਿਰ ਜਾਣਦਾ ਸਭ ਸੁਖਾਲੀ ਮੁਠੀਆਂ ਸਭ ਸੁਖਾਲੀ ਮੁਠੀਆਂ ਇਹੋ ਆਹਲੇ ਨੀ ਰਾਜ ਜਿਉ ਇਹੋ ਆਹਲੇ ਨੀ ਰਾਜ ਜਿਉ ਸੁਖ ਦਾਤਿਆ ਦੇਹੁ ਤਰਸ ਸੁਖ ਦਾਤਿਆ ਸੁਖ ਦਾਤਿਆ ਦੇਹੁ ਤਰਸ ਸੁਖ
ਭਗਤਾ ਭੁਖ ਹੋ ਸਦ ਤੇਰੀਆਂ ਤੇਰੀਆਂ ਭਗਤਾ ਭੁਖ ਹੋ ਸਦ ਤੇਰੀਆਂ ਹਰ ਲੋਚਾ ਪੂਰਨ ਮੇਰੀਆਂ ਹਰ ਲੋਚਾ ਪੂਰਨ ਮੇਰੀਆਂ ਹਰ ਲੋਚਾ ਪੂਰਨ ਮੇਰੀਆਂ ਹਰ ਲੋਚਾ ਪੂਰਨ ਮੇਰੀਆਂ ਸੁਖ ਦਾਤਿਆ ਦੇਹੁ ਦਰਸ ਸੁਖ ਦਾਤਿਆ ਸੁਖ ਦਾਤਿਆ ਦੇਹੁ ਦਰਸ ਸੁਖ ਦਾਤਿਆ ਤੁਧ ਜੇ ਵਡ ਅਵਰ ਨਾ ਪਾਲਿਆ ਤੂੰ ਦੀਪ ਲੋ ਪਿਆਲਿਆ ਤੁਧ ਜੇ ਵਡ ਅਵਰ ਨਾ ਪਾਲਿਆ ਤੂੰ ਦੀਪ ਲੋ ਪਿਆਲਿਆ ਤੂੰ ਥਾਨ ਤਨਮ